सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਭਾਰਤ ਭਰ ਵਿੱਚ ਇਸ ਵੇਲੇ ਜਿਹੜੀ ਚਰਚਾ ਹੋ ਰਹੀ ਹੈ ਉਹ ਖਾਸ ਕਰਕੇ ਬਹੁਜਨ ਸਮਾਜ ਵੱਲੋਂ ਜਿਹੜਾ ਬੁੱਧ ਧਰਮ 'ਚ ਸ਼ਾਮਲ ਹੋਣ ਦਾ ਅਮਲ ਹੈ ਉਹ ਤੇਜ਼ ਹੋਇਆ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 5 ਅਕਤੂਬਰ ਨੂੰ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੋਇਆ ਸਮਰਾਟ ਅਸ਼ੋਕ ਦੇ ਵਿਜੇ ਦਿਵਸ ਤੇ, ਔਰ ਉਸ ਵਿੱਚ ਲਗਭਗ 10,000 ਦੇ ਕਰੀਬ ਜਿਹੜੇ ਬਹੁਜਨ ਸਮਾਜ ਦੇ ਲੋਕ ਸੀ ਉਹਨਾਂ ਨੇ ਉੱਥੇ ਦੀਕਸ਼ਾ ਲਈ ਔਰ ਬੁੱਧ ਧਰਮ ਗ੍ਰਹਿਣ ਕੀਤਾ। ਇਸ ਤਰ੍ਹਾਂ ਹੀ ਲਖਨਊ ਦੇ ਵਿੱਚ ਮਹਾ ਉਤਸਵ ਹੋ ਰਿਹਾ ਜਿਹਦੇ ਵਿੱਚ ਲਗਭਗ 10,000 ਤੋਂ ਵੱਧ ਜਿਹੜੇ ਬਹੁਜਨ ਸਮਾਜ ਦੇ ਲੋਕ ਹੈ ਜਿਨ੍ਹਾਂ ਵਿੱਚ OBC SC ਸਾਰੇ ਸ਼ਾਮਲ ਨੇ, ਉਹਨਾਂ ਨੇ ਉੱਥੇ ਦੀਕਸ਼ਾ ਲੈਣੀ ਹੈ ਔਰ ਬਕਾਇਦਾ ਬੁੱਧ ਧਰਮ ਜਿਹੜਾ ਗ੍ਰਹਿਣ ਕਰਨਾ। ਇਹ ਸਾਰਾ ਅਮਲ ਜਿਹੜਾ ਇਹ ਉਸ ਦੌਰ 'ਚ ਹੋ ਰਿਹਾ ਹੈ ਜਿਸ ਦੌਰ ਦੇ ਵਿੱਚ ਪਿਛਲੇ 8 ਸਾਲਾਂ ਦੇ ਅੰਦਰ ਦੇਸ਼ ਦੇ ਅੰਦਰ ਹਾਕਮ ਧਿਰ ਨੇ, RSS ਨੇ ਇੱਕ ਨਫ਼ਰਤ ਦਾ, ਇੱਕ ਡਰ ਦਾ ਮਾਹੌਲ ਪੈਦਾ ਕੀਤਾ ਔਰ ਉਸ ਮਾਹੌਲ ਦੇ ਵਿੱਚ ਘੱਟ ਗਿਣਤੀਆਂ ਦੇ ਅੰਦਰ ਜਿਸ ਤਰ੍ਹਾਂ ਦਾ ਦਹਿਸ਼ਤ ਤੇ ਸਹਿਮ ਆਇਆ ਉਹ ਸਾਰੇ ਦੇ ਵਿੱਚ ਇਹ ਸਾਰਾ ਵਾਪਰ ਰਿਹਾ। ਔਰ ਇਸੇ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਜਿਹੜੇ RSS ਦੇ ਮੁਖੀ ਨੇ ਮੋਹਨ ਭਾਗਵਤ, ਉਹਨਾਂ ਨੇ ਪਿਛਲੇ ਦਿਨੀ ਇੱਕ ਕਿਤਾਬ ਦੇ ਰਿਲੀਜ਼ ਸਮਾਰੋਹ 'ਚ ਬੋਲਦਿਆਂ ਇਹ ਗੱਲ ਕਹੀ ਹੈ ਕਿ ਹੁਣ ਵੇਲਾ ਆ ਗਿਆ ਕਿ ਜਾਤੀ ਪ੍ਰਥਾ ਤੇ ਵਰਨ ਪ੍ਰਥਾ ਨੂੰ ਤਿਆਗ ਦਿੱਤਾ ਜਾਵੇ। ਜੇ ਸਾਡੇ ਵੱਡੇ ਵਡੇਰਿਆਂ ਨੇ ਕੋਈ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ, ਕੋਈ ਸਮਾਜ 'ਚ ਇਸ ਤਰ੍ਹਾਂ ਦੀਆਂ ਖਾਮੀਆਂ ਪੈਦਾ ਹੋਈਆਂ ਤੇ ਸਾਨੂੰ ਉਹਨਾਂ ਨੂੰ ਹੁਣ ਤਿਆਗ ਦੇਣਾ ਚਾਹੀਦਾ। ਇਹ ਸਾਰੀ ਜਿਹੜੀ ਸਥਿਤੀ ਹਿੰਦੁਸਤਾਨ 'ਚ ਨਵੀਂ ਵਾਪਰ ਰਹੀ ਹੈ ਕਿ ਇੱਕ ਪਾਸੇ ਬੁੱਧ ਧਰਮ ਨੂੰ ਗ੍ਰਹਿਣ ਕਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ ਔਰ ਦੂਸਰੇ ਪਾਸੇ RSS ਦੇ ਸੁਰ ਇਸ ਤਰ੍ਹਾਂ ਬਦਲ ਰਹੇ। ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਪ੍ਰੋਫੈਸਰ ਰੌਣਕੀ ਰਾਮ ਜੀ, ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਭਗਤ ਸਿੰਘ ਚੇਅਰ ਦੇ ਚੇਅਰਮੈਨ ਨੇ ਔਰ ਉਹਨਾਂ ਦਾ ਬਕਾਇਦਾ ਜਿਹੜੇ ਧਰਮ ਪਰਿਵਰਤਨ ਹੈ ਉਸ ਦੇ ਉੱਤੇ ਉਹਨਾਂ ਨੇ ਜਿਹੜੇ ਕੈਂਬਰਿਜ ਦੇ 2 ਜਰਨਲ ਛਪਦੇ ਹੈ, ਇੱਕ ਮਾਡਰਨ ਏਸ਼ੀਆ ਔਰ ਦੂਸਰਾ ਜਰਨਲ ਆਫ ਏਸ਼ੀਆ ਦੇ ਵਿੱਚ ਉਹਨਾਂ ਨੇ ਲੇਖ ਲਿਖੇ ਹੈ ਕਈ ਵਾਰ, ਔਰ ਉਹਨਾਂ ਲੇਖਾਂ ਦੇ ਵਿੱਚ ਉਹਨਾਂ ਨੇ ਭਾਰਤ ਦੇ ਵਿੱਚ ਜਿਹੜਾ ਧਰਮ ਪਰਿਵਰਤਨ ਹੋ ਰਿਹਾ, ਚਾਹੇ ਉਹ ਸਿੱਖ ਧਰਮ 'ਚ ਹੋਵੇ, ਚਾਹੇ ਬੁੱਧ ਧਰਮ 'ਚ ਹੋਵੇ, ਚਾਹੇ ਹਿੰਦੂ ਧਰਮ 'ਚ ਹੋਵੇ, ਉਹ ਸਾਰੇ ਨੂੰ ਉਹਨਾਂ ਨੇ ਆਪਣੇ ਲੇਖਾਂ ਦੇ ਕਲਾਵੇ ਦੇ ਵਿੱਚ ਲਿਆ। ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਇਹ ਮੌਜੂਦਾ ਧਰਮ ਪਰਿਵਰਤਨ ਹੋ ਰਿਹਾ ਤੇ ਇਹ ਸਾਰੇ ਦੇ ਵਿੱਚ ਜਿਹੜੀ ਸਥਿਤੀ ਬਣੀ ਹੈ ਉਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਤੇ ਉਸ ਦੇ ਉਹ ਕੀ ਅਰਥ ਸਾਨੂੰ ਦੱਸਣਗੇ, ਇਹ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੰਡੂ ਸਾਹਿਬ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਆਪਣੀ ਸ਼ਾਇਦ ਗੱਲ ਨਹੀਂ ਹੋਈ, ਤੁਸੀਂ ਉਹ ਨੋਟ ਨਹੀਂ ਕੀਤਾ ਹੋਣਾ। ਮੈਂ ਕੁਛ ਦਿਨਾਂ ਤੋਂ ਨਵੀਂ ਮੇਰੀ ਅਪਾਇੰਟਮੈਂਟ ਹੋ ਗਈ ਆ ਚੰਡੀਗੜ੍ਹ ਯੂਨੀਵਰਸਿਟੀ ਵਿੱਚ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉੱਥੇ ਨਵਾਂ ਸੈਂਟਰ ਸ਼ੁਰੂ ਕੀਤਾ, ਸੈਂਟਰ ਆਫ ਐਕਸੀਲੈਂਸ ਇਨ ਇੰਡੀਅਨ ਕਲਚਰ ਐਂਡ ਸੁਸਾਇਟੀ। ਉਹਦਾ ਮੈਂ ਚੇਅਰਮੈਨ ਨਿਯੁਕਤ ਕੀਤਾ ਮੈਨੂੰ ਆਨਰੇਬਲ ਚਾਂਸਲਰ ਸਾਹਿਬ ਨੇ ਔਰ ਸਤਨਾਮ ਸਿੰਘ ਜੀ। ਸਾਡੇ ਵੱਲੋਂ ਬਹੁਤ ਬਹੁਤ ਵਧਾਈ ਤੁਹਾਨੂੰ ਪ੍ਰੋਫੈਸਰ ਸਾਹਿਬ। ਥੈਂਕ ਯੂ। ਔਰ ਉਹਦੇ ਅੰਦਰ ਸ੍ਰੀ ਅਰਵਿੰਦੋ ਚੇਅਰ ਦੇ ਵੀ ਮੈਨੂੰ ਉਹਨਾਂ ਨੇ ਸਥਾਪਤੀ ਕੀਤੀ ਹੈਗੀ ਆ। ਤੇ ਹੁਣ ਮੈਂ ਪੰਜਾਬ ਯੂਨੀਵਰਸਿਟੀ ਤੋਂ ਜਿਹੜਾ ਮੇਰਾ ਕਾਰਜਕਾਲ ਹੈਗਾ, ਸਮਾਂ ਸੀਗਾ, ਉਹ ਪੂਰਨ ਕਰਨ ਤੋਂ ਬਾਅਦ ਹੁਣ ਮੇਰੀ ਇਸ ਪਾਸੇ ਨਵੀਂ ਹੋ ਗਈ ਹੈ। ਹਾਂ, ਤੁਸੀਂ ਇਸ਼ੂ ਰੇਜ਼ ਕੀਤੇ ਨੇ, ਇਹ ਇਸ਼ੂ ਬਹੁਤ ਹੀ ਇੰਪੋਰਟੈਂਟ ਨੇ। ਇਹਨਾਂ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਬੈਕਗਰਾਉਂਡ ਦਿੰਦਾ ਹਾਂ ਕਿ ਇਹ ਇਸ਼ੂ ਕਦੋਂ ਉੱਠੇ ਭਾਰਤ ਵਿੱਚ। ਤੁਹਾਨੂੰ ਪਤਾ ਹੋਣਾ ਕਿ 1919 ਦੇ ਵਿੱਚ, 1909 ਦੇ ਵਿੱਚ ਜਦੋਂ ਇਹ ਭਾਰਤ ਵਿੱਚ ਵਿਚਾਰ ਸ਼ੁਰੂ ਹੋਇਆ ਕਿ ਜਿਹੜੀ ਅੰਗਰੇਜ਼ ਸਰਕਾਰ ਹੈ ਉਹਨੇ ਹੁਣ ਲੋਕਾਂ ਨੂੰ, ਜਿਹਨੂੰ ਡਿਵੋਲਿਊਸ਼ਨ ਆਫ ਪਾਵਰ ਕਹਿੰਦੇ ਆ, ਹੌਲੀ ਹੌਲੀ ਲੋਕਾਂ ਨੂੰ ਆਪਣੀ ਜਿਹੜੀ ਸ਼ਕਤੀ ਆ ਉਹਦੇ ਰਾਹੀਂ ਲੋਕਾਂ ਨੂੰ ਸਰਕਾਰ ਦੇ ਵਿੱਚ ਸ਼ਮੂਲੀਅਤ ਦੀ ਗੱਲ ਸ਼ੁਰੂ ਹੁੰਦੀ ਆ 1909 ਦੇ ਵਿੱਚ। ਉਸ ਤੋਂ ਬਾਅਦ ਫਿਰ ਚੱਲਦੀ ਗਿਆ ਸਿਸਟਮ। ਜਦੋਂ 1935-36 'ਚ ਪਹਿਲੀ ਵਾਰੀ ਇਲੈਕਸ਼ਨਾਂ ਹੋਈਆਂ, ਇਹ 1909 ਤੋਂ ਬਾਅਦ ਆਨ ਵਰਡਸ ਅਸੀਂ ਦੇਖਿਆ ਕਿ ਸਪੈਸ਼ਲ ਰਾਈਟਸ ਫਾਰ
ਮੁਸਲਿਮ ਸਪੈਸ਼ਲ ਰਾਈਟਸ ਪਰ ਜਦੋਂ 1925 ਦਾ ਐਕਟ ਬਣਿਆ, ਇਹ ਜਿਹੜਾ ਸਮਾਂ ਸੀਗਾ ਉਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਆਰਗੇਨਾਈਜੇਸ਼ਨਸ ਤੇ ਮੂਵਮੈਂਟ ਨੇ ਜਨਮ ਲਿਆ, ਜਿਵੇਂ ਕਿ ਅਹਿਮਦੀਆ ਮੂਵਮੈਂਟ, ਆਦਿ ਧਰਮ ਮੂਵਮੈਂਟ ਪੰਜਾਬ ਵਿੱਚ ਖਾਸ ਤੌਰ ਦੇ ਉੱਤੇ, ਆਰੀਆ ਸਮਾਜ ਮੂਵਮੈਂਟ, ਸਿੰਘ ਸਭਾ ਮੂਵਮੈਂਟ, ਇਹ ਸਾਰੀਆਂ ਉਹ ਪਹਿਲੀ ਵਾਰੀ ਏਦਾਂ ਹੋਇਆ ਸੀਗਾ ਕਿਉਂਕਿ ਇਹ ਜਿਹੜੀ ਸਾਡੀ ਜਨਗਣਨਾ ਹੈਗੀ ਆ ਜੋ 1931 ਦੇ ਵਿੱਚ ਜਨਗਣਨਾ ਜਾਤੀਆਂ ਦੀ ਕੀਤੀ ਗਈ, ਕਾਸਟ ਉੱਤੇ ਕੀਤੀ, ਧਰਮ ਦੀ ਗੱਲ ਤਾਂ ਪਹਿਲਾਂ ਚੱਲਦੀ ਸੀ, ਕਿਉਂ ਅੰਗਰੇਜ਼ ਦਾ ਇੱਕ ਬੜਾ ਵੱਡਾ ਪਰਪਸ ਸੀਗਾ ਕਿਸੇ ਤਰੀਕੇ ਨਾਲ ਜਿਹੜਾ ਸਾਡਾ ਬਹੁਤ ਕਲਚਰਲ, ਬਹੁਤ ਧਰਮੀ, ਬਹੁਤ ਭਾਸ਼ੀ, ਬਹੁਤ ਸਾਡੇ ਜਿਹੜੇ ਵਿਚਾਰ ਨੇ ਮਲਟੀ ਕਲਚਰਲ ਕਹਿੰਦੇ ਆ, ਉੱਦਾਂ ਤਾਂ ਸਾਡੀ ਸੁਸਾਇਟੀ ਆ ਉਹ ਬੜੀ ਰਿਚ ਸੁਸਾਇਟੀ ਆ। ਉਹਨਾਂ ਨੇ ਇਸ ਸੁਸਾਇਟੀ ਨੂੰ ਰਾਜਨੀਤਿਕ ਦਲਦਲ ਦੇ ਵਿੱਚ ਉਲਝਾ ਕੇ ਆਪਣਾ ਰਾਜ ਕਿਵੇਂ ਵੱਡੇ ਸਮੇਂ ਲਈ ਕਾਇਮ ਕਰਨਾ, ਉਹਨਾਂ ਨੇ ਇਹ ਜਿਹੜੇ ਕਮਿਊਨਲਿਜ਼ਮ ਦੇ ਬੀਜ ਜਿਹੜੇ ਬੋਏ ਹੈਗੇ, ਉਹਦੇ ਨਾਲ ਉਦੋਂ ਬੜਾ ਰੌਲਾ ਪਿਆ। ਜਿਹੜਾ ਧਰਮ ਹੈਗਾ ਉਹ ਤਾਂ ਇੱਕ ਲੋਕਾਂ ਦੀ ਆਪਣੇ ਜੀਵਨ ਦੀ ਆਪਣੀ ਆਸਥਾ ਤੇ ਵਿਸ਼ਵਾਸ ਤੇ ਉਹਨਾਂ ਦਾ ਆਪਣਾ ਜੀਵਨ ਦਾ ਜਿਹਨੂੰ ਕਹਿੰਦੇ ਆ ਕਿ ਇੰਡੀਵਿਜੂਅਲ ਪੱਧਰ ਹੈ। ਤੇ ਜਦੋਂ ਉਹਨੂੰ ਰਾਜਨੀਤਿਕ ਤੌਰ ਦੇ ਉੱਤੇ, ਸਮਾਜਿਕ ਲੈਵਲ ਦੇ ਉੱਤੇ ਟੂਲ ਦੀ ਤਰ੍ਹਾਂ ਵਰਤ ਕੇ ਉਹਦੇ ਨਾਲ ਫਿਰ ਤੁਸੀਂ ਆਪਣੀ ਆਇਡੈਂਟੀਟੀ ਜੋੜ ਕੇ ਇੱਕ ਨਵੀਂ ਆਇਡੈਂਟੀਟੀ ਪੈਦਾ ਕਰਦੇ ਆ, ਇਹ ਬਹੁਤ ਜ਼ਬਰਦਸਤ ਖਤਰਨਾਕ ਕਾਕਟੇਲ ਬਣ ਜਾਂਦਾ ਹੈ। ਅਸੀਂ ਦੇਖਿਆ 1947 ਦੇ ਵਿੱਚ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਂਡ ਹੋਇਆ, ਕਿਸ ਤਰ੍ਹਾਂ ਬੰਗਾਲ ਦੇ ਵਿੱਚ ਕਾਂਡ ਹੋਇਆ, ਤੁਸੀਂ 84 ਦੇਖ ਲਓ, ਤੁਸੀਂ ਹੋਰ ਹਾਲਾਤ ਜਿਹੜੇ ਬਣੇ ਨੇ। ਹੁਣ ਜਿਹੜਾ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਬੁੱਧ ਧਰਮ ਦੀ, ਇਹ ਜਿਹੜਾ ਬੁੱਧ ਧਰਮ ਦੀ ਗੱਲ ਹੈ, ਇਹ ਗੱਲ ਪੈਰੀਆਰ ਤੋਂ, ਉਸ ਤੋਂ ਪਹਿਲਾਂ ਫੂਲੇ ਤੋਂ, ਪੈਰੀਆਰ ਤੋਂ ਸ਼ੁਰੂ ਹੁੰਦੀ ਆ। ਉਹਨਾਂ ਨੇ ਕਿਹਾ ਕਿ ਸਾਡੀ ਆਪਣੀ ਜਿਹੜੇ ਫੂਲੇ, ਜੋਤੀਰਾਓ ਫੂਲੇ ਉਹ ਮਹਾਰਾਸ਼ਟਰ ਦੇ 19ਵੀਂ ਸਦੀ ਦੇ ਥਿੰਕਰ, ਉਸ ਤੋਂ ਬਾਅਦ ਪੈਰੀਆਰ, ਰਾਮਾਸਾਮੀ ਪੈਰੀਆਰ, ਉਹਨਾਂ ਨੇ ਭਗਤ ਸਿੰਘ ਦੀ ਫਾਂਸੀ ਦੇ ਵਾਲੇ ਤੋਂ ਕੁਝ ਦਿਨ ਬਾਅਦ ਲੇਖ ਲਿਖ ਦਿੱਤਾ ਸੀਗਾ ਆਪਣੇ ਤੇ ਤਮਿਲ ਵਿੱਚ। ਤੇ ਹੁਣ ਤੁਸੀਂ ਦੇਖੋ ਕਿ ਇਹ ਜਿਹੜੇ ਸਾਰੇ ਲੋਕੀ ਨੇ, ਇਹਨਾਂ ਨੇ ਇੱਕ ਬੜੇ ਪੁਰਾਣੇ ਪ੍ਰਾਚੀਨ ਸਮੇਂ ਤੋਂ, ਵੈਸੇ ਤਾਂ ਕਹਿ ਸਕਦੇ ਹਾਂ ਤਥਾਗਤ ਬੁੱਧ ਦੇ ਸਮੇਂ ਤੋਂ ਆਨਵਰਡ ਜਾਤੀ ਦੀ ਗੱਲ ਆ ਉਹਦੇ ਤੇ ਵਿਚਾਰ ਹੋਣ ਲੱਗ ਪਿਆ। ਜਿਹੜੀ ਸਾਡੇ ਸਮਾਜ ਦੇ ਵਿੱਚ ਊਣਤਾਈਆਂ ਸੀਗੀ, ਉਹਨਾਂ ਨੂੰ ਸਾਰੀ ਨਾਰਥ ਇੰਡੀਅਨ ਭਗਤੀ ਮੂਵਮੈਂਟ ਦੇ ਵਿੱਚ ਇਹਦੇ ਬਾਰੇ ਬੜੀ ਚਰਚਾ ਹੋਈ ਆ ਕਿ ਜਾਤੀ ਜਿਹੜੀ ਆ ਇਹ 'ਚ ਫਖਰ ਨਹੀਂ ਕਰਨਾ ਚਾਹੀਦਾ, ਇਹ ਊਚ ਨੀਚ ਬਿਲਕੁਲ ਨਹੀਂ। ਉਸ ਤੋਂ ਬਾਅਦ ਗੁਰੂ ਨਾਨਕ ਦੇ ਘਰ ਦੀ ਬਾਣੀ, ਜਿਹੜਾ ਸਾਡੀ ਸਿੱਖੀ ਦਾ ਫਲਸਫਾ, ਉਹਦੇ ਵਿੱਚ ਜਾਤ ਤੋਂ ਮੁਕਤੀ ਤੇ ਔਰਤ ਦੀ ਬਰਾਬਰਤਾ ਦੀ ਦੋ ਪੋਸਟੂਲੇਟ ਤੇ ਬਹੁਤ ਹੀ ਸਾਰਾ ਜਿਹੜਾ ਫਲਸਫਾ ਉਹਦੇ ਦੁਆਲੇ ਘੁੰਮਦਾ, ਇਹ ਸਾਰਾ ਰਿਹਾ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ 19ਵੀਂ ਸਦੀ ਦੇ ਵਿੱਚ, 20ਵੀਂ ਸਦੀ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ ਜਦੋਂ ਖਲਜਗਣ ਮਚਿਆ, ਫਿਰ ਉਦੋਂ ਡਾਕਟਰ BR ਅੰਬੇਦਕਰ ਨੇ ਇਹ ਸੋਚਿਆ ਕਿ ਜਾਤੀ ਤੋਂ ਮੁਕਤੀ ਪਾਉਣ ਲਈ ਅਸੀਂ ਜਾਤੀ ਦੇ ਸਰਵਨਾਸ਼ ਦੀ, ਕਾਸਟ ਐਨਹਾਈਲੇਸ਼ਨ ਦੀ ਗੱਲ ਕਰੀਏ। ਜਦੋਂ ਸਾਰਾ ਕੁਝ ਨਹੀਂ ਹੋਇਆ ਤਾਂ ਉਹਨਾਂ ਨੇ ਸੋਚਿਆ ਕਿ ਇਹ ਤਾਂ ਮੁਸ਼ਕਿਲ ਵਾ, ਜਾਤੀ ਨੂੰ ਅੰਦਰੋਂ ਅਸੀਂ ਖੋਰਾ ਨਹੀਂ ਲਾ ਸਕਦੇ, ਇਹ ਕਿਉਂਕਿ ਜਾਤੀ ਤਾਂ ਐਸਾ ਇੱਕ ਇੰਸਟੀਟਿਊਸ਼ਨ ਹੈ ਜਿਸ 'ਚ ਬਹੁਤ ਸਾਰੇ ਬੰਦਿਆਂ ਨੂੰ ਉਤੋਂ ਨੁਕਸਾਨ ਹੁੰਦਾ ਤੇ ਥੋੜੇ ਬੰਦੇ ਨੂੰ ਨਫਾ ਹੁੰਦਾ। ਜਿਹਨਾਂ ਨੂੰ ਨਫਾ ਹੁੰਦਾ ਉਹ ਸੋਚਦੇ ਆ ਸਾਡੀ ਬੜੋਤਰੀ ਆ, ਉਹ ਚਾਹੁੰਦੇ ਆ। ਇਸ ਕਰਕੇ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ 20 ਸਾਲ ਲਗਾਏ ਕਿ ਮੈਂ ਧਰਮ ਨੂੰ, ਅੱਛੀ ਜੇ ਅਸੀਂ ਹਿੰਦੂ ਧਰਮ ਤੋਂ ਅਲੱਗ ਹੋ ਜਾਈਏ ਤਾਂ ਫਿਰ ਤਾਂ ਅਸੀਂ ਜਾਤੀ ਦੇ ਸ਼ਿਕਾਰ ਨਹੀਂ ਹੋਵਾਂਗੇ, ਕਿਉਂਕਿ ਬਾਕੀ ਧਰਮਾਂ 'ਚ ਜਾਤ ਹੁੰਦੀ ਨਹੀਂ। ਉਹਨਾਂ ਨੇ ਕ੍ਰਿਸਚੀਅਨਟੀ ਸਟੱਡੀ ਕੀਤੀ, ਹੋਰ ਧਰਮ ਸਟੱਡੀ ਕੀਤਾ, ਲੇਕਿਨ ਉਹਨਾਂ ਦਾ ਬਾਅਦ 'ਚ ਇਹ ਫੈਸਲਾ ਸੀਗਾ, ਉਹਨਾਂ ਸਿੱਖ ਧਰਮ ਵੀ ਸਟੱਡੀ ਕੀਤਾ, ਬੜਾ ਫੈਸਲਾ ਸੀਗਾ। ਇੱਥੇ ਆਏ ਵੀ ਉਹ, ਜਿਹੜੀ ਬਹੁਤ ਵੱਡੀ ਕਾਨਫਰੰਸ ਹੋਈ ਅੰਮ੍ਰਿਤਸਰ, ਉਹਦੇ ਬਾਰੇ ਡਾਕੂਮੈਂਟ ਪਏ। ਪਰ ਉਹਨਾਂ ਨੇ ਜਦੋਂ ਫੈਸਲਾ ਕੀਤਾ, ਉਹਨਾਂ ਨੇ ਸੋਚਿਆ ਕਿ ਅਸੀਂ ਇੱਕ ਬੁੱਧ ਧਰਮ ਨੂੰ ਅਪਣਾਉਣਾ। ਬੁੱਧ ਧਰਮ ਨੂੰ ਵੀ ਉਹ ਨਹੀਂ ਜਿਹੜਾ ਉਦੋਂ ਬੁੱਧ ਧਰਮ ਪ੍ਰਚਲਿਤ ਸੀਗਾ। ਉਹਨਾਂ ਨੇ ਬੁੱਧ ਧਰਮ ਦੇ ਉੱਤੇ ਇੱਕ ਨਵੀਂ ਕਿਤਾਬ ਲਿਖੀ, ਬੁੱਧ ਧੰਮ, ਜਿਹਦੇ ਬਾਰੇ ਬੋਧੀਆਂ ਨੇ ਉਹਦਾ ਵਿਰੋਧ ਕੀਤਾ ਕਿ ਤੁਸੀਂ ਇਹ ਤਾਂ ਜਿਹੜਾ ਬੁੱਧ ਵਾਲਾ ਬੁੱਧ ਧਰਮ ਹੈ, ਤੁਸੀਂ ਉਹ ਤੋਂ ਹਟ ਕੇ ਕਰਦੇ ਹੋ, ਤੁਸੀਂ ਤਾਂ ਬੁੱਧ ਦੇ ਮੂੰਹ ਦੇ ਵਿੱਚ ਆਪਣੇ ਸ਼ਬਦ ਪਾ ਰਹੇ ਹੋ, ਬੁੱਧ ਨੇ ਗੱਲ ਕਹੀ ਨਹੀਂ। ਉਹਨਾਂ ਨੇ ਕਿਹਾ ਸੀ ਆਹ ਧਰਮ ਹੋਏਗਾ ਜਿਹਦੇ ਵਿੱਚ ਸਭ ਦੀ ਬਰਾਬਰਤਾ ਹੋਏਗੀ, ਕਿਸੇ ਤਰ੍ਹਾਂ ਦਾ ਕੋਈ ਵਹਿਮ, ਜਿਸ ਤਰ੍ਹਾਂ ਦਾ ਕੋਈ ਭਰਮ ਨਹੀਂ ਹੋਏਗਾ। ਇਸ ਤਰ੍ਹਾਂ ਦਾ ਹੋਇਆ। ਹੁਣ ਉਹਨੂੰ ਲੈ ਕੇ ਉਦੋਂ ਨਾਗਪੁਰ ਦੇ ਵਿੱਚ ਉਹਨਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਬਹੁਤ ਵੱਡਾ ਇੱਕ ਦੀਕਸ਼ਾ ਸਮਾਰੋਹ ਰਚਾਇਆ ਗਿਆ, ਜਿੱਥੇ ਉਹਨਾਂ ਨੇ ਖੁਦ ਬੁੱਧ ਧਰਮ ਨੂੰ ਅਪਣਾਇਆ, ਔਰ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕਾਂ ਨੇ ਬੁੱਧ ਧਰਮ ਨੂੰ ਅਪਣਾਇਆ। ਹੁਣ ਉਸ ਤੋਂ ਲੈ ਕੇ ਕਿ ਜਿਹੜੇ ਤੁਸੀਂ ਗੱਲ ਕੀਤਾ ਕਿ SC ਨੇ, OBC ਨੇ, ਇਹਨਾਂ ਦੇ ਵਿੱਚ ਇੱਕ
ਇਹਨਾਂ ਨੂੰ ਦੋਨਾਂ ਨੂੰ ਤਾਂ ਜਿਹੜੇ ਐਸਸੀ ਨੇ ਉਹਨਾਂ ਨੂੰ ਇਹ ਕਹਿ ਦਿੰਦੇ ਜੀ ਹੁਣ ਤਾਂ ਸ਼ਬਦ ਵਰਤ ਨਹੀਂ ਜਾਂਦਾ, ਦਲਿਤ ਕੈਟੇਗਰੀ ਮੰਨਦੇ ਆ, ਜਿਹੜੀ 1972 ਵਿੱਚ ਦਲਿਤ ਪੈਂਥਰ ਨੇ ਨਵੀਂ ਆਪਣਾ ਨਾਮ ਰੱਖਿਆ ਸੀਗਾ। ਤੇ ਦੂਸਰਾ ਜਿਹੜਾ ਓਬੀਸੀ ਆ ਉਹਨੂੰ ਦਲਿਤ ਬਹੁਜਨ ਕਹਿ ਦਿੰਦੇ ਨੇ, ਕਿ ਜਿਹੜਾ ਸ਼ੂਦਰ ਤੇ ਅਤੀ ਸ਼ੂਦਰ ਮਿਲ ਕੇ ਜੋ ਉਹਨਾਂ ਦਾ ਸੰਗਠਨ ਬਣਦਾ ਆ ਉਹਨੂੰ ਬਹੁਜਨ ਕਹਿੰਦੇ ਨੇ, ਕਿ ਬਹੁਜਨ ਹੈਗਾ, ਕਿਉਂਕਿ ਕਾਂਸ਼ੀ ਰਾਮ ਨੇ ਕਿਹਾ ਸੀਗਾ ਜਿੰਨੇ ਵੀ ਸ਼ਡਿਊਲਡ ਕਾਸਟ ਤੇ ਓਬੀਸੀ ਨੇ ਇਹ 85% ਨੇ, ਬਾਕੀ 15% ਜਿਹੜੇ ਨੇ ਉਹ ਅਪਰ ਕਾਸਟ ਨੇ, ਤੇ ਇਸ ਲਈ ਇਹ ਬਹੁਜਨ ਨੇ। ਹੁਣ ਜਿਹੜਾ ਧਰਮ ਪਰਿਵਰਤਨ ਹੈ ਉਹਦੇ ਬਾਰੇ ਬੜੀ ਚਰਚਾ ਰਹਿੰਦੀ ਆ ਕਿ ਐਸਸੀ ਤੇ ਓਬੀਸੀ ਧਰਮ ਨੂੰ ਪਰਿਵਰਤਨ ਕਰ ਰਹੇ ਨੇ। ਬਹੁਤ ਧਰਮ ਪ੍ਰੋਫੈਸਰ ਬਾਬੂ ਕਾਂਸ਼ੀ ਰਾਮ ਹੋਣਾ ਵੀ ਇਹ ਦੀਕਸ਼ਾ ਲਈ ਸੀ? ਬਾਬੂ ਕਾਂਸ਼ੀ ਰਾਮ ਨੇ ਦੀਕਸ਼ਾ ਨਹੀਂ ਲਈ ਸੀ ਜੀ ਜੀ। ਹਾਂ, ਉਹਦੇ ਬਾਰੇ ਉਹਨਾਂ ਦਾ ਰਿਆ ਬਹੁਜਨ ਦੀ ਗੱਲ ਕੀਤੀ ਸੀਗੀ। ਹੋ ਸਕਦਾ ਕਿ ਮੇਰਾ ਉਹਦੇ ਬਾਰੇ ਬਹੁਤ ਨੌਲੇਜ ਇਸ ਗੱਲ ਦੇ ਬਾਰੇ ਨਾ ਹੋਵੇ, ਕਿਉਂਕਿ ਉਹਨਾਂ ਦੀ ਜਿਹੜੀ ਸੀਗੀ ਆਪਣੇ BSP ਬਹੁਜਨ ਸਮਾਜ ਪਾਰਟੀ ਔਰ DS4 ਦਲਿਤ ਸੋਸ਼ਲ ਸੰਘਰਸ਼ ਸਮਿਤੀ ਉਹ ਜਿਹੜੀ ਉਹਨੇ ਬਣਾਈ ਸੀਗੀ ਔਰ ਬਾਮ ਸੇ ਬਣਾਈ ਸੀਗੀ ਉਹਦੇ ਵਿੱਚ, ਲੇਕਿਨ ਉਹਨਾਂ ਦੀ ਫਿਲਾਸਫੀ ਜਿਹੜੀ ਸੀਗੀ ਉਹ ਪੰਜਾਬ ਦੀ ਜਿਹੜੀ ਧਰਮ ਮੰਗੂ ਰਾਮ ਦੀ ਫਿਲਾਸਫੀ ਸੀ ਉਹਨੂੰ ਵੀ ਬੜੀ ਤਰਜੀਹ ਦਿੰਦੇ ਸੀ। ਉਹ ਜਿਹੜੀ ਮੰਗੂ ਰਾਮ ਦੀ ਫਿਲਾਸਫੀ ਸੀਗੀ ਉਹ ਕਿਸੇ ਹੋਰ ਧਰਮ ਨੂੰ ਅਪਣਾਉਣ ਦੀ ਨਹੀਂ ਸੀ। ਮੰਗੂ ਰਾਮ ਜੀ ਉਹਨਾਂ ਦੀ ਬਾਬੂ ਮੰਗੂ ਰਾਮ ਗੋਵਾਲੀਆ ਦੀ ਜਿਹੜੀ ਫਿਲਾਸਫੀ ਸੀਗੀ, ਫਲਸਫਾ ਸੀਗਾ, ਉਹ ਸੀਗਾ ਕਿ ਸਾਡਾ ਇੱਕ ਆਪਣਾ ਧਰਮ ਹੈ ਜਿਹੜਾ ਕਿ ਸਦੀਆਂ ਤੋਂ ਸਾਤੋਂ ਅੱਖੋਂ ਉਹਲੇ ਕੀਤਾ ਹੋਇਆ, ਉਹ ਸਾਡਾ ਆਦੀ ਧਰਮ ਆ। ਅਸੀਂ ਆਦੀ ਲੋਕ ਇੱਥੇ ਦੇ, ਜਿਹਨੂੰ ਮੂਲ ਵਾਸੀ ਕਹਿੰਦੇ ਨੇ, ਅਸੀਂ ਮੂਲ ਬਸ਼ਿੰਦੇ ਆ, ਸਾਡਾ ਆਦੀ ਧਰਮ ਹੈ। ਸਾਡੇ ਰਹਿਬਰ ਨੇ ਗੁਰੂ ਰਵਿਦਾਸ, ਗੁਰੂ ਕਬੀਰ ਤੇ ਮਹਾਰਾਜ ਵਾਲਮੀਕ ਜੀ, ਉਹਨਾਂ ਦੇ ਨਾਮ ਰੱਖੇ ਹੋਏ ਸਾਡੇ ਉਹ ਰਹਿਬਰ ਨੇ। ਜਿਹੜਾ ਉਹਨਾਂ ਦਾ ਧਰਮ ਹੈ ਜਿਹਦੇ 'ਚ ਖੁਦਾ ਨੂੰ ਇੱਕ ਉਹ ਨਿਰਾਕਾਰ ਮੰਨਦੇ ਨੇ, ਉਹਦੀ ਖੁਦਾ ਦੀ ਜਿਹੜੀ ਇੱਕ ਸ਼ਕਤੀ ਆ ਉਹਨੂੰ ਅਕਾਲ ਪੁਰਖ ਜਾਂ ਪਰਮ ਪੁਰਖ ਮੰਨਦੇ ਨੇ। ਤਾਂ ਅਸੀਂ ਉਹ ਬੰਦੇ ਆ ਜਿਹੜੇ ਕਿ ਸ਼ੁਰੂ ਤੋਂ ਹੀ ਅਸੀਂ ਆਦੀ ਧਰਮੀ ਆ। ਉਹਨਾਂ ਨੇ ਇਸ ਧਰਮ ਦੀ ਗੱਲ ਕੀਤੀ ਸੀ। ਤਾਂ ਫਿਰ ਜਿਹੜੇ ਇਸ ਕਰਕੇ ਕਾਂਸ਼ੀ ਰਾਮ ਉਹਨਾਂ ਨੇ ਕਈ ਵਾਰ ਵੀ ਕਿਹਾ ਸੀ ਆਪਣੀ ਸਪੀਚਾਂ ਵਿੱਚ ਕਿ ਅਸੀਂ ਜਿਹੜਾ ਸਾਡਾ ਬਹੁਜਨ ਸਾਡਾ ਮਿਸ਼ਨ ਹੈ ਉਹਦੀਆਂ ਕੰਨ ਤੇ ਜਿਹੜੀਆਂ ਉਹਦੀਆਂ ਅੱਖਾਂ ਨੇ ਉਹ ਅਸੀਂ ਆਦ ਧਰਮ ਤੋਂ ਲੈ ਰਹੇ ਹਾਂ। ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਦੀ ਪਰਿਵਰਤਨ ਦੀ ਗੱਲ ਜਿਹੜੀ ਸੀ, ਬੁੱਧ ਦਾ ਪਰਿਵਰਤਨ ਦੀ ਗੱਲ ਉਸ ਤਰ੍ਹਾਂ ਨਹੀਂ ਸੀ, ਪਰ ਉਹ ਬੁੱਧ ਨੂੰ, ਜੋਤੀਰਾਓ ਫੂਲੇ ਨੂੰ, ਡਾਕਟਰ BR ਅੰਬੇਦਕਰ ਨੂੰ, ਗੁਰੂ ਰਵਿਦਾਸ ਨੂੰ, ਸੰਤ ਕਬੀਰ ਨੂੰ, ਮਹਾਰਾਜ ਵਾਲਮੀਕ ਜੀ ਉਹਨਾਂ ਨੂੰ, ਸਾਰਿਆਂ ਦੀ ਜਿਹੜੀ ਉਹ ਬਹੁਜਨ ਸਮਾਜ ਪਾਰਟੀ ਆ ਜਿਹੜੀ ਬਾਮ ਸਿਪ ਹੈ, ਤੁਸੀਂ ਦੇਖਦੇ ਹੋ ਉਹਨਾਂ ਦੇ ਵੱਡੇ ਵੱਡੇ ਜਲਸਿਆਂ 'ਚ, ਵੱਡੇ ਵੱਡੇ ਮੀਟਿੰਗਾਂ 'ਚ ਇਹਨਾਂ ਸਾਰੀਆਂ ਹੀ ਮਹਾਂਪੁਰਖਾਂ ਦੀਆਂ ਜਿਹੜੀਆਂ ਟੀਚਿੰਗਸ ਹੈ ਉਹਨਾਂ ਨੂੰ ਬਰਾਬਰ ਰੱਖ ਕੇ ਲੋਕਾਂ ਤੱਕ ਆਪਣਾ ਵਿਚਾਰ ਪਹੁੰਚਾਇਆ ਜਾਂਦਾ ਹੈ। ਇਸ ਲਈ ਜਿਹੜਾ ਧਰਮ ਪਰਿਵਰਤਨ ਦੀ ਗੱਲ ਹੋਈ ਆ ਉਹ ਇਹਨਾਂ ਲੋਕਾਂ 'ਚ ਹੋਈ ਆ ਜਿਹਨਾਂ ਨੂੰ ਮੈਂ ਬਹੁਜਨ ਕਹਿੰਦਾ ਹੈ, ਜਿਹਨਾਂ ਨੂੰ ਕਾਂਸ਼ੀ ਰਾਮ ਜੀ ਬਹੁਜਨ ਕਹਿੰਦੇ ਆ। ਉਹਨਾਂ ਨੇ ਸੋਚਿਆ ਕਿ ਅਸੀਂ ਆਪਣਾ ਜਿਹੜਾ ਧਰਮ ਆ ਉਹ ਜਾਤ ਪਾਤ ਤੋਂ ਮੁਕਤੀ ਪਾਉਣ ਲਈ ਅਲੱਗ ਹੋ ਜਾਏਗੀ। ਔਰ ਇਹ ਵੀ ਬੜੀ ਚਰਚਾ ਹੋਈ ਹੈ ਕਿ ਜੇ ਤੁਸੀਂ ਧਰਮ ਤੋਂ ਅਲੱਗ ਹੁੰਦੇ ਆ ਕਿ ਤੁਹਾਨੂੰ ਜਿਹੜੀ ਰਿਜ਼ਰਵੇਸ਼ਨ ਉਹਦੇ ਅਧਿਕਾਰ ਮਿਲੂਗੇ। ਉਹਦੇ ਕਾਫੀ ਚਰਚਾ ਹੋਈ ਕਿ ਤੁਸੀਂ ਜੋ ਕ੍ਰਿਸਚੀਅਨ ਹੋ ਗਏ ਉਹਨੂੰ ਅਧਿਕਾਰ ਦਿਓ, ਜੋ ਸਿੱਖ ਧਰਮ 'ਚ ਚਲ ਗਏ ਉਹਨੂੰ ਅਧਿਕਾਰ ਦਿਓ, ਹੈਗੇ ਅਧਿਕਾਰ ਹੋ, ਤੇ ਬੋਧੀ ਧਰਮ ਵਾਲੇ ਮੰਨਦੇ ਸੀ ਸਾਨੂੰ ਵੀ ਅਧਿਕਾਰ ਦਿਓ। ਇਹ ਕਾਫੀ ਚਿਰ ਇਸ ਤਰ੍ਹਾਂ ਦਾ ਪੋਲੀਟੀਕਲੀ ਚਰਚਾ ਹੁੰਦੀ ਰਹੀ ਆ, ਕਿਸੇ ਨੂੰ ਕਦੋਂ ਅਧਿਕਾਰ ਮਿਲੇ, ਕਿਸੇ ਨੂੰ ਕਦੋਂ ਮਿਲੇ। ਉਹ ਕਹਿੰਦੇ ਸੋ ਵਟ, ਅਸੀਂ ਸਮਾਜ ਵਿੱਚ ਜੇ ਸ਼ਡਿਊਲਡ ਕਾਸਟ ਸੀਗੇ, ਅਸੀਂ ਉਹਨੂੰ ਨਵਾਂ ਧਰਮ ਅਪਣਾ ਲਿਆ, ਸਾਡੀ ਜਿਹੜੀ ਰਹਿਤਲ ਆ, ਸਾਡਾ ਜਿਹੜਾ ਸੋਸ਼ਲ ਸਟੇਟਸ ਹੈ ਉਹ ਸਮਾਜ ਦੇ ਵਿੱਚ ਉੱਥੇ ਰਹਿੰਦਾ ਹੈ, ਪਰ ਅਸੀਂ ਕਾਸਟ ਤੋਂ ਬਾਹਰ ਹੁੰਦੇ, ਅਸੀਂ ਧਰਮ ਤਾਂ ਛੱਡ ਕੇ ਦੂਜੇ ਧਰਮ 'ਚ ਦੂਆ ਧਰਮ ਅਪਣਾ ਰਹੇ, ਕਿਉਂਕਿ ਉਸ ਧਰਮ 'ਚ ਸਾਡੀ ਜਾਤੀ ਜਿਹੜੀ ਆ ਉਹ ਸਾਡੇ ਮਗਰ ਨਾ ਲੱਗੀ ਰਹੇ। ਪਰ ਪ੍ਰੋਫੈਸਰ ਹੁਣ ਇੰਨਾ ਜ਼ਿਆਦਾ ਇੱਕਦਮ ਕਿ ਅਸੀਂ ਦੇਖਦੇ ਹਾਂ ਕਿ ਜਦੋਂ ਬਾਬੂ ਕਾਂਸ਼ੀ ਰਾਮ ਹੋਣਾ ਨੇ ਇਹ ਸਾਰੇ ਬਹੁਜਨ ਸਮਾਜ ਦੀ ਅਗਵਾਈ ਕੀਤੀ, ਉਹ ਜਿੰਨੀ ਸਰਗਰਮੀ ਉਦੋਂ ਸੀ ਉਹ ਫਿਰ ਥੋੜੀ ਜਿਹੀ ਘਟੀ, ਔਰ ਹੁਣ ਨਵੇਂ ਸਿਰੇ ਤੋਂ ਫਿਰ ਜਿਹੜਾ ਬਹੁਜਨ ਸਮਾਜ ਹੈ, ਚਾਹੇ ਉਹ ਰਾਸ਼ਟਰੀ ਪਛੜਾ ਵਰਗ ਮੋਰਚਾ ਹੈ, ਚਾਹੇ ਉਹ ਉਹਨਾਂ ਦੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ, ਚਾਹੇ ਬਹੁਜਨ ਸਮਾਜ ਪਾਰਟੀ ਹੈ, ਚਾਹੇ ਹੋਰ ਬਹੁਜਨ ਸਮਾਜ ਦੇ ਜਿਹੜੇ ਆਗੂ ਹੈ, ਉਹ ਇਸ ਵੇਲੇ ਜ਼ਿਆਦਾ ਸਰਗਰਮ ਜਿਹੜੇ ਇਸ ਸਥਿਤੀ 'ਚ ਕਿਉਂ ਹੋਏ ਤੇ ਕਿਉਂ ਇਸ ਵੇਲੇ ਬੁੱਧ ਧਰਮ ਵੱਲ ਨੂੰ ਜਾਣ ਦਾ ਜਿਹੜਾ ਅਮਲ ਹੈ ਉਹ ਜ਼ਿਆਦਾ ਤਿੱਖਾ ਹੋਇਆ? ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਦੋਂ ਸਾਡੀਆਂ ਇਲੈਕਸ਼ਨ ਹੁੰਦੇ ਨੇ, ਚਾਹੇ ਉਹ ਅਸੈਂਬਲੀ ਸਟੇਟ ਦੇ ਇਲੈਕਸ਼ਨ ਨੇ, ਚਾਹੇ ਸਾਡੇ ਉਹ ਲੋਕ ਸਭਾ ਦੇ ਇਲੈਕਸ਼ਨ ਨੇ, ਉਹਨਾਂ ਸਾਰਿਆਂ ਦੇ ਇਲੈਕਸ਼ਨਾਂ ਦੇ ਦੌਰਾਨ ਜਿਹੜੀ ਗੱਲ ਹੁੰਦੀ ਹੈ, ਕਿਉਂਕਿ ਅਸੀਂ ਦੇਖਿਆ ਕਿ ਇੱਕ ਰਾਸ਼ਟਰ ਦੀ ਜਦੋਂ ਗੱਲ ਹੁੰਦੀ ਹੈ, ਇੱਕ ਅਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਅਸੀਂ ਇੱਕ ਧਰਮ ਦੀ ਗੱਲ ਕਰਦੇ ਆ, ਉਹਦੇ ਵਿੱਚ ਕਿਤੇ ਨਾ ਕਿਤੇ ਜਦੋਂ ਧਰਮ ਬਾਰੇ ਗੱਲ ਹੁੰਦੀ ਆ ਉਹਦੇ ਵਿੱਚ ਵਿਚਾਰ ਉੱਠਦਾ ਹੈ, ਤਾਂ ਫਿਰ ਜਿਹੜੇ ਹੈਗੇ ਆ ਵੱਖ-ਵੱਖ ਧਰਮ ਨੂੰ ਅਪਣਾਏ ਹੋਏ ਲੋਕ ਉਹ ਆਪਣੇ ਧਰਮ ਬਾਰੇ ਵੀ ਗੱਲ ਕਰਨੀ ਸ਼ੁਰੂ ਕਰਦੇ ਆ। ਇਹ ਗੱਲ ਸ਼ੁਰੂ ਹੁੰਦੀ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਕਿੱਦਾਂ ਰਹੇਗਾ। ਫਿਰ ਉਹ ਸੁਚੇਤ ਹੁੰਦੇ ਆ ਕਿ ਅਗਰ
ਕਿਸੇ ਇੱਕ ਧਿਰ ਦਾ ਹਿੰਦੂ ਧਰਮ ਨੂੰ ਲੈ ਕੇ ਜੋ ਵਿਚਾਰ ਵਟਾਂਦਰਾ ਹੋ ਰਿਹਾ, ਉਹਦਾ ਪਰਪਸ ਕੀ ਹੋ ਸਕਦਾ ਹੈ? ਅਗਰ ਉਹ ਪਰਪਸ ਇਲੈਕਸ਼ਨ ਵਾ, ਅਗਰ ਪਰਪਸ ਵੋਟਾਂ ਦੀ ਜਿਹੜੀ ਹੈਗੀ ਆ ਰਾਜਨੀਤੀ ਹੈ, ਤਾਂ ਫਿਰ ਇਹ ਨੇਚਰਲੀ ਆ ਕਿ ਜਿਹੜੇ ਦੂਜੇ ਧਰਮ ਦੇ ਲੋਕ ਨੇ ਉਹ ਵੀ ਸੋਚਦੇ ਆ ਕਿ ਅਸੀਂ ਇਸ ਧਰਮ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਵਿਚਾਰ ਰੱਖੀਏ। ਉਹਨਾਂ ਦੀ ਵਿਚਾਰ ਵੀ ਇਸ ਤਰ੍ਹਾਂ ਹੀ ਆਉਂਦੀ ਹੈਗੀ, ਕਿਉਂਕਿ ਅੰਗਰੇਜ਼ਾਂ ਵੇਲੇ ਵੀ ਵੱਖ-ਵੱਖ ਧਰਮਾਂ ਨੇ ਜਦੋਂ ਰੁਚੀ ਦਿਖਾਈ ਆਪਣੇ ਆਪ ਨੂੰ ਸੰਗਠਨ ਹੋਣ ਦੀ, ਸੰਗਠਨ ਕਰਨੇ ਦੀ, ਉਹ ਵੀ ਤਦੇ ਸੀ ਰੁਚੀ ਕਿਉਂਕਿ ਉਦੋਂ ਵੀ ਰਾਜਨੀਤਿਕ ਗੱਲ ਉੱਠੀ ਸੀ, ਵੋਟਾਂ ਦੀ ਗੱਲ ਹੋਣੀ ਸੀ, 1936 ਦੇ ਇਲੈਕਸ਼ਨ ਹੋਣੇ ਸੀ। ਹੁਣ ਜਦੋਂ ਗੱਲ ਉੱਠਦੀ ਆ ਕਿ ਅਸੀਂ ਸੋਚਦੇ ਆ ਕਿ ਧਰਮ ਨੂੰ ਲੈ ਕੇ ਜਦੋਂ ਬਾਰ-ਬਾਰ ਗੱਲ ਹੁੰਦੀ ਆ, ਉਹਦੇ ਤੇ ਖਦਸ਼ਾ ਪੈਦਾ ਹੁੰਦਾ ਹੈ ਕਿ ਅਸੀਂ ਚਾਹੇ ਉਹ ਜਿਸ ਤਰ੍ਹਾਂ ਕਿ ਹੁਣ ਕੇਜਰੀਵਾਲ ਲਿਖਿਆ ਗੁਜਰਾਤ ਜਾ ਕੇ ਕਿ ਅਗਰ ਮੇਰੀ ਸਰਕਾਰ ਬਣ ਗਈ, ਮੈਂ ਸਾਰੇ ਹੀ ਗੁਜਰਾਤ ਦੇ ਲੋਕਾਂ ਨੂੰ ਗੱਡੀਆਂ ਦੇ ਵਿੱਚ, ਮੋਟਰਾਂ ਦੇ ਵਿੱਚ, ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ, ਉਹਨਾਂ ਦੇ ਰਹਿਣ ਦਾ ਪ੍ਰਬੰਧ, ਉਹਨਾਂ ਦੇ ਰਾਮ ਮੰਦਿਰ 'ਚ ਦਰਸ਼ਨ ਦਾ ਪ੍ਰਬੰਧ ਮੈਂ ਕਰਾਂਗਾ। ਮੈਂ ਦਿੱਲੀ ਦੇ ਸਟੇਸ਼ਨ ਤੇ ਖੜਾ ਹੋਵਾਂਗਾ, ਉਹਨਾਂ ਨੂੰ ਵਿਦਾਈ ਦੇਵਾਂਗਾ, ਉਹਨਾਂ ਨੂੰ ਆਉਣਾ ਤੇ ਉਹਨਾਂ ਆ ਕੇ ਉਹਨਾਂ ਦਾ ਸਤਿਕਾਰ ਕਰਾਂਗਾ, ਉਹਨਾਂ ਨੂੰ ਵੈਲਕਮ ਕਰਾਂਗਾ, ਤਾਂ ਮੈਂ ਸਾਰਿਆਂ ਨੂੰ ਅਯੁੱਧਿਆ ਦੇ ਮੰਦਿਰ ਦੇ ਦਰਸ਼ਨ ਕਰਾਵਾਂਗਾ। ਉਹ ਕਹਿ ਰਿਹਾ ਉੱਥੇ ਜਾ ਕੇ, ਅੱਜ ਦੇ ਅਖਬਾਰ 'ਚ ਮੋਟੀਆਂ ਸੁਰਖੀਆਂ ਨੇ। ਜੀ ਜੀ ਜੀ, ਜੇ ਉਹ ਕਹਿ ਰਿਹਾ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਗੱਲ ਹੁੰਦੀ ਆ। ਜਦੋਂ ਇਹ ਗੱਲ ਉੱਠਦੀ ਆ, ਇਹ ਨੇਚਰਲ ਆ। ਜਿਹੜੇ ਦੂਜੇ ਧਰਮ ਦੇ ਲੋਕ ਆ, ਆਮ ਤੌਰ ਤੇ ਜਿਹੜੇ ਲੋਕਾਂ ਦੇ ਧਰਮ ਹੁੰਦੇ, ਆਮ ਸ਼ਹਿਰੀ ਆ, ਉਹ ਭਾਵੇਂ ਨਾ ਕਰੇ, ਜਿਹੜਾ ਉਹਨਾਂ ਦਾ ਨੇਤਾ ਨੇ ਉਹ ਲੱਗਦੇ ਕਿ ਧਰਮ ਦੇ ਨਾਮ ਦੇ ਉੱਤੇ ਉੱਥੇ ਰਾਜਨੀਤੀ 'ਚ ਵੋਟ ਮੰਗ ਰਹੇ ਆ, ਅਸੀਂ ਵੀ ਆਪਣਾ ਧਰਮ ਦਾ ਕਰੀਏ, ਅਸੀਂ ਕਿਉਂ ਨਾ ਪਾਵਰ 'ਚ ਆਈਏ, ਅਸੀਂ ਕਿਉਂ ਨਾ ਆਪਣੀਆਂ ਵੋਟਾਂ ਬਣਾਈਏ, ਸਾਡੀ ਸੰਖਿਆ ਇੰਨੀ ਹੈਗੀ ਆ, ਸਾਡੀ ਸੰਖਿਆ। ਮੈਨੂੰ ਇੱਕ ਵਾਰੀ ਜਿਹੜੇ ਆਪਣੇ ਸ਼ਡਿਊਲਡ ਕਾਸਟ ਕਮਿਊਨਿਟੀ ਵਿੱਚ ਉਹ ਲੋਕ ਜਿਹੜੇ ਰਵਿਦਾਸੀਆਂ ਨੇ ਜਾਂ ਰਾਮਦਾਸੀਆਂ ਨੇ, ਮੈਂ ਉਹਨਾਂ ਦਾ ਇੰਟਰਵਿਊ ਕਰਦਾ ਸੀਗਾ ਜਲੰਧਰ ਵਿੱਚ, ਉਹ ਕਹਿੰਦੇ ਸੀ ਜੀ ਸਾਡੀ ਸੰਖਿਆ ਤਾਂ ਕਰੋੜਾਂ 'ਚ ਆ, ਇਕੱਲਾ ਪੰਜਾਬ 'ਚ ਅਸੀਂ ਬਹੁਤੀ ਸੰਖਿਆ ਨਹੀਂ, ਸਾਡੀ ਜਿਹੜੀ ਇਹ ਜਾਤ ਆ ਉਹ ਵੱਖ-ਵੱਖ ਸੂਬਿਆਂ 'ਚ ਹੈਗਾ। ਜੇ ਅਸੀਂ ਸਾਰੇ ਰਵਿਦਾਸੀਏ ਇਕੱਠੇ ਹੋ ਜਾਈਏ ਭਾਰਤ ਲੈਵਲ ਤੇ, ਸਾਡੀ ਇੱਕ ਬੜੀ ਸ਼ਕਤੀ ਬਣ ਜਾਂਦੀ ਆ। ਇਹ ਜਿਹੜੀ ਸੋਚ ਵਾ ਇਹ ਉਦੋਂ ਆਉਂਦੀ ਆ ਜਦੋਂ ਜੰਡੂ ਸਾਹਿਬ ਧਰਮ ਦਾ ਰਾਜਨੀਤੀਕਰਨ ਹੁੰਦਾ। ਜਿਸ ਤਰ੍ਹਾਂ ਤੁਸੀਂ ਪੰਜਾਬ ਦੀ ਗੱਲ ਕੀਤੀ, ਅਸੀਂ ਪੰਜਾਬ 'ਚ ਵੀ ਦੇਖਿਆ ਹੈ ਕਿ ਬਹੁਤ ਵੱਡੇ ਪੱਧਰ ਤੇ ਆਧਰਮੀ ਜਿਹੜੀ ਲਹਿਰ ਚੱਲੀ ਸੀਗੀ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਦੁਆਬੇ 'ਚ ਔਰ ਬਾਕੀ ਜਿਹੜੇ ਪੰਜਾਬ ਦੇ ਖੇਤਰ 'ਚ ਉਸ ਦਾ ਪਸਾਰ ਹੋਇਆ ਔਰ ਬਹੁਜਨ ਸਮਾਜ ਦੇ ਲੋਕ ਸਾਰੇ ਉਸ ਨਾਲ ਜੁੜੇ, ਉਸ ਤੋਂ ਪ੍ਰੇਰਿਤ ਵੀ ਹੋਏ, ਤਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਅੰਦਰ ਵੀ ਜਿਹੜਾ ਬੁੱਧ ਮੱਤ ਹੈ ਜਾਂ ਬੁੱਧ ਧਰਮ ਹੈ, ਉਸ ਦਾ ਫੈਲਾਅ ਵੀ ਕਾਫੀ ਹੋ ਰਿਹਾ ਵੱਖ-ਵੱਖ ਪੰਜਾਬ ਦੇ ਕੋਨਿਆਂ ਦੇ ਵਿੱਚ। ਬਿਲਕੁਲ, ਪੰਜਾਬ ਦੇ ਵਿੱਚ ਜਦੋਂ 1931 ਦੇ ਵਿੱਚ ਬਾਬੂ ਮੱਗੂ ਰਾਮ ਮੁਗਵਾਲੀਆ ਤੇ ਹੋਰ ਆਦਿ ਧਰਮ ਦੇ ਕਾਰਕੁਨਾਂ ਨੇ ਸਰਕਾਰ ਨੂੰ ਪਹੁੰਚ ਕੀਤੀ, ਉਹਨਾਂ ਨੇ ਕਿਹਾ ਕਿ ਸਾਰੇ ਆਰੀਆ ਸਮਾਜੀ ਆਪਣੀ ਗੱਲ ਕਰ ਰਹੇ ਆ ਔਰ ਸਿੰਘ ਸਭਾ ਵਾਲੇ ਆਪਣੀ ਗੱਲ ਕਰ ਰਹੇ ਆ, ਅਹਿਮਦੀਏ ਆਪਣੀ ਗੱਲ ਕਰ ਰਹੇ ਆ, ਅਸੀਂ ਵੀ ਇੱਥੇ ਦੇ ਵਸਿੰਦੇ ਆ, ਸਾਡਾ ਆਪਣਾ ਧਰਮ ਹੈ। ਉਹਨਾਂ ਨੇ ਕਿਹਾ ਕਿ ਦੇਖੋ ਅਸਲ ਅੰਗਰੇਜ਼ ਜਿਹੜਾ ਸਾਨੂੰ ਮਦਦ ਦੇ ਰਿਹਾ ਸੀ, ਕਿਉਂ ਨਾ ਅਸੀਂ ਆਪਣਾ ਧਰਮ ਕਰੀਏ। ਉਹਨਾਂ ਨੇ ਮੰਗ ਕੀਤੀ ਸਾਡਾ ਵੱਖਰਾ ਧਰਮ ਬਣਾਇਆ ਜਾਵੇ। ਅੰਗਰੇਜ਼ਾਂ ਨੇ 1931 ਦੇ ਵਿੱਚ ਆਦਿ ਧਰਮ, ਇੱਕ ਨਵਾਂ ਧਰਮ ਲੈ ਕੇ ਜਿਹੜੀ ਜਨਸੰਖਿਆ ਗਿਣਤੀ ਸੀ ਉਹਦੇ 'ਚ ਨਵਾਂ ਧਰਮ ਐਡ ਕਰ ਦਿੱਤਾ। ਜਦੋਂ ਜਨਸੰਖਿਆ ਦੇ ਪੇਪਰ ਭਰਨ ਲੱਗੇ, ਉਹਦੇ 'ਚ ਸਿੱਖ ਧਰਮ, ਬੁੱਧ ਧਰਮ, ਕ੍ਰਿਸਚੀਅਨ ਧਰਮ, ਹਿੰਦੂ ਧਰਮ ਦੇ ਨਾਲ ਆਦਿ ਧਰਮ ਦਾ ਵੀ ਕਾਲਮ ਸੀਗਾ। ਤਾਂ ਪੰਜਾਬ ਦੇ ਵਿੱਚ ਤਕਰੀਬਨ 5 ਲੱਖ ਲੋਕਾਂ ਨੇ ਆਮ ਤੌਰ ਤੇ ਜਿਹੜੇ ਰਵਿਦਾਸੀਆ ਸਮਾਜ ਨੂੰ ਬਿਲੋਂਗ ਕਰਦੇ ਸੀਗੇ, ਉਹਨਾਂ ਨੇ ਆਪਣੇ ਆਪ ਨੂੰ ਬੁੱਧੀ ਧਰਮ, ਆਪਣੇ ਆਪ ਨੂੰ ਆਧਰਮੀ ਲਿਖਾਇਆ। ਤਾਂ ਪੰਜਾਬ 'ਚ ਪਹਿਲੀ ਵਾਰੀ 5 ਲੱਖ ਦੇ ਤਕਰੀਬਨ, ਇਹ ਮਾਰਕ ਜੁਰਗਨ ਸਮੀਰ ਦੀ ਕਿਤਾਬ ਹੈ ਰਿਲੀਜੀਅਸ ਰਿਬਲਸ ਆਫ ਪੰਜਾਬ, ਉਹਨੇ ਦਿੱਤਾ ਕਿ ਥੋੜੇ ਸਮੇਂ 'ਚ 1925-26 'ਚ ਆਧਰਮ ਆਉਂਦੀ ਆ, ਤਾਂ 1931 'ਚ 5 ਲੱਖ ਬੰਦਾ ਆਧਰਮੀ ਬਣ ਗਿਆ। ਲੇਕਿਨ ਜਦੋਂ ਉਸ ਤੋਂ ਬਾਅਦ 1942 ਤੋਂ ਬਾਅਦ ਪੰਜਾਬ ਦੇ ਵਿੱਚ ਆਪਣੇ ਸ਼ਡਿਊਲਡ ਕਾਸਟ ਫੈਡਰੇਸ਼ਨ ਦੀ ਆਮਦ ਹੋਈ ਔਰ ਇੱਥੇ ਬਹੁਤ ਸਾਰੇ ਉਹ ਸ਼ਡਿਊਲਡ ਕਾਸਟ ਜਿਹੜੀ ਫੈਡਰੇਸ਼ਨ ਸੀ ਉਹਦੇ ਜਿਹੜੇ ਫਸਟ ਜਨਰਲ ਸੈਕਟਰੀ ਸੀਗੇ ਉਹ ਕਰਤਾਰ ਚੰਦ ਸੁਲੇਖ, ਕੇਸੀ ਸੁਲੇਖ ਜੀ ਬਣੇ। ਕੇਸੀ ਸੁਲੇਖ ਜੀ ਹਜੇ ਕਾਇਮ ਨੇ, ਉਹ 95-96 ਸਾਲ ਦੇ ਨੇ, ਇੱਥੇ 15 ਸੈਕਟਰੀ ਤੇ ਰਹਿ ਰਹੇ ਨੇ। ਉਹਨਾਂ ਤੋਂ ਮੈਨੂੰ ਬੜਾ ਗਿਆਨ ਮਿਲਿਆ, ਬੜਾ ਕੁਝ ਲਿਖਿਆ ਮੈਂ ਉਹਨਾਂ ਨੂੰ ਪੁੱਛ ਕੇ। ਤੇ ਲਾਹੌਰੀ ਰਾਮ ਬਾਲੀ ਜੀ ਵੀ ਹੌਲੀ ਹੌਲੀ ਇਸ ਪਾਸੇ ਲੱਗ ਗਏ। ਲੇਕਿਨ ਉਦੋਂ ਸੇਠ ਕਿਸ਼ਨ ਦਾਸ ਜਿਹੜੇ ਸੀਗੇ ਆਪਣੇ ਬੂਟਾ ਮੰਡੀ ਵਾਲੇ, ਇਹ ਮਤਲਬ ਬੜੇ ਐਕਟਿਵ ਸੀਗੇ। ਇਹਨਾਂ ਨੇ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੂੰ 1951 ਵਿੱਚ ਪੰਜਾਬ ਵੀ ਬੁਲਾਇਆ। ਜਦੋਂ ਪੰਜਾਬ ਦੇ ਵਿੱਚ ਆਦਿ ਧਰਮ ਦੇ ਕੁਝ ਬੰਦੇ ਉੱਧਰ ਚਲ ਗਏ, ਆਦਿ ਧਰਮ ਰਿਹਾ। ਆਦਿ ਧਰਮ ਜ਼ਿਆਦਾ ਤੌਰ ਤੇ ਇਹ ਲਿਖਿਆ ਜਾਂਦਾ, ਮਾਰਕ ਵੀ ਕਹਿੰਦਾ ਕਿ ਉਹ ਸਮਾਜਿਕ ਲੈਵਲ ਤੇ ਰਹਿ ਗਿਆ, ਪੋਲੀਟੀਕਲ ਸਾਰਾ
ਕੁਝ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਕੋਲ ਪਹੁੰਚ ਗਿਆ, ਤਾਂ ਉਦੋਂ ਫਿਰ ਚੱਕ ਹਕੀਮ ਵਿੱਚ ਬਹੁਤ ਵੱਡਾ ਇੱਕ ਬੁੱਧ ਦੀਕਸ਼ਾ ਦਾ ਸਮਾਰੋਹ ਹੋਇਆ, ਜਿੱਥੇ ਬਹੁਤ ਲੋਕਾਂ ਨੇ ਬੁੱਧ ਧਰਮ ਨੂੰ ਅਪਣਾਇਆ। ਪੰਜਾਬ, ਕਿਉਂਕਿ ਪੰਜਾਬ ਦੇ ਵਿੱਚ DC ਹੀਰ, ਦੀਵਾਨ ਚੰਦ ਹੀਰ, ਉਹ ਮਤਲਬ ਪੁਰਾਣਾ ਇੱਕ ਜਰਨਲ ਹੁੰਦਾ ਸੀਗਾ ਉਜਾਲਾ, ਉਹਦੇ 'ਚ ਲਿਖਦੇ ਵੀ ਰਹੇ ਆ, ਕਵਿਤਾ ਲਿਖਦੇ ਰਹੇ ਆ, ਉਹਨਾਂ ਨੇ ਬਹੁਤ ਕਿਤਾਬਾਂ ਲਿਖੀਆਂ, ਬੜੇ ਸਕਾਲਰ ਰਹੇ ਨੇ, ਹੁਣ ਉਹ ਪਹੁੰਚ ਚੁੱਕੇ ਨੇ, ਉਹ ਮਤਲਬ ਬਹੁਤ ਹੀ ਵਿਦਵਾਨ ਹੋਏ ਆ। ਉਹਨਾਂ ਨੇ ਦੱਸਿਆ ਕਿ ਜਿਹੜਾ ਪੰਜਾਬ ਦੀ ਧਰਤੀ ਆ, ਇਹ ਬੁੱਧ ਧਰਮ ਦਾ ਸੈਂਟਰ ਰਿਹਾ ਕਿਸੇ ਵੇਲੇ ਜੀ। ਸੰਘੋਲ ਦੇਖੋ ਤੁਸੀਂ ਆਪਣੇ ਕੋਲ, ਉਹਨੇ ਦੱਸਿਆ ਕਿ ਇੱਥੇ ਬਹੁਤ ਸਾਰੇ ਬੁੱਧ ਵਿਹਾਰ ਸੀਗੇ। ਹੁਣ ਵੀ ਪੰਜਾਬ ਦੇ ਜਿਹੜੇ NRI ਰਵਿਦਾਸੀਆ ਬਾਹਰ, ਰਾਮਦਾਸੀਆ NRI ਬਾਹਰ ਰਹਿੰਦੇ ਨੇ, ਉਹਨਾਂ ਨੇ ਬਹੁਤ ਪੈਸਾ ਲਾ ਕੇ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ 'ਚ, ਨਵਾਂ ਸ਼ਹਿਰ, ਫਲੌਰ, ਬੰਗੇ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਬੁੱਧ ਵਿਹਾਰ ਉਸਾਰੇ ਨੇ, ਲਾਇਬ੍ਰੇਰੀਆਂ ਉਸਾਰੀਆਂ ਨੇ, ਔਰ ਬੜੇ ਬੜੇ ਧਾਰਮਾਂ ਜਿਹੜੇ ਧਾਮ ਨੇ ਉਹਨਾਂ 'ਚ ਭਿਕਸ਼ੂ ਰੱਖੇ ਨੇ, ਭਿਕਸ਼ੂ ਉਹਨਾਂ ਨੂੰ ਦੇਖਭਾਲ ਕਰਦੇ ਨੇ ਉਹ ਧਾਮਾਂ ਦੀ। ਤਾਂ ਬੜਾ ਕੁਛ ਬੁੱਧ ਧਰਮ ਬਾਰੇ ਇਹ ਚਰਚਾ ਰਹੀ ਹੈ। ਪੰਜਾਬ ਤਾਂ ਇੱਕ ਮਿਲ ਬੁੰਗਾ ਰਿਹਾ ਨਾ ਵੱਖ-ਵੱਖ ਧਰਮਾਂ ਦਾ। ਇੱਥੇ ਲੋਕਾਂ ਧਰਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਫਿਰਕਾ ਪ੍ਰਸਤੀ ਕਦੀ ਨਹੀਂ ਆਈ, ਭਾਵੇਂ ਕੋਸ਼ਿਸ਼ਾਂ ਬਹੁਤ ਹੋਈਆਂ। ਇੱਥੇ ਕਿਤੇ ਦੋ ਕੌਮਾਂ ਨਹੀਂ ਹੋਈਆਂ, ਇੱਥੇ ਇੱਕੋ ਰਿਹਾ। ਹਾਂ, ਧਰਮ ਬਹੁਤ ਰਹੇ ਆ, ਕੌਮ ਇੱਕੋ ਰਹੀ ਆ, ਪੰਜਾਬੀ ਦੀ ਕੌਮ ਇੱਕੋ ਰਹੀ, ਬਿਲਕੁਲ ਠੀਕ। ਧਰਮ ਬਹੁਤ ਨੇ, ਇਸ ਇਹੀ ਕਰਕੇ ਪੰਜਾਬ ਦੀ ਖਾਸੀਅਤ ਹੈ। ਇਸ ਕਰਕੇ ਬੜੀ ਗੱਲ ਬਾਰ-ਬਾਰ ਲਿਖਣ ਵਾਲੀ ਆ, ਸਮਝਣ ਵਾਲੀ ਆ ਕਿ ਇਹ ਕੌਮ ਹੈ, ਜਿਹੜੀ ਕੌਮ ਹੈ ਉਹ ਧਰਮ ਤੋਂ ਅਲੱਗ ਹੁੰਦੀ ਆ, ਉਹਦੇ ਵਿੱਚ ਕਈ ਧਰਮ ਹੋ ਸਕਦੇ। ਇਹ ਗੱਲ ਕਈ ਲੋਕੀ ਨੂੰ ਇਸ ਗੱਲ ਨੂੰ ਕਬੂਲ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਗੱਲ ਜਿਹੜੀ ਹੈਗੀ ਆ ਕਿ ਉਹ ਜਿਹੜੀ ਕੌਮ ਹੈ ਉਹ ਆਪਣੇ, ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਆ, ਕੌਮ ਦੀ ਗੱਲ ਕਰਦੇ ਆ, ਜਦੋਂ ਤੁਸੀਂ ਰਾਸ਼ਟਰੀ ਲੈਵਲ ਤੇ ਉੱਠਦੇ ਆ ਤੁਸੀਂ ਭਾਰਤੀ ਆ, ਜਦੋਂ ਤੁਸੀਂ ਸੂਬੇ ਲੈਵਲ ਤੇ ਆਉਂਦੇ ਆ ਤੁਸੀਂ ਪੰਜਾਬੀ ਆ, ਫਿਰ ਤੁਸੀਂ ਬਾਅਦ 'ਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ ਆ ਧਰਮੀ ਆ, ਤੁਸੀਂ ਪੰਜਾਬੀ ਆ। ਅਸ਼ਵੁਰਾ ਖਾਂ ਪੰਜਾਬੀ, ਜਦੋਂ ਅਸੀਂ ਗੱਲ ਕਰਦੇ ਆ ਕਿ ਅਸੀਂ ਧਰਮ ਦੀ ਗੱਲ ਕਰਦੇ ਆ, ਉਦੋਂ ਵੱਖ-ਵੱਖ ਧਰਮਾਂ ਦੇ ਲੋਕ ਜੁੜੇ ਹੋਏ ਸਨ ਮੂਵਮੈਂਟ ਵਿੱਚ। ਉਹ ਆਪਣੇ ਆਪ ਨੂੰ ਮਹਾਰਾਸ਼ਟਰੀ, UPI ਵਾਲੇ ਜਾਂ ਬੰਗਾਲੀ ਜਾਂ ਆਪਣੇ ਪੰਜਾਬੀ ਨਹੀਂ, ਉਸਲੇ ਭਾਰਤੀ ਖਵਾਉਂਦੇ ਸਨ। ਤੇ ਜਿਹੜੀ ਨੌਜਵਾਨ ਭਾਰਤ ਬਣਦੀ ਆ, ਉਹਦਾ ਤੁਸੀਂ ਦੇਖੋ ਕਿਵੇਂ ਸਾਰਾ ਇਹ ਬਹੁਤ ਵੱਡੀ ਇੰਟਰਸਟਿੰਗ ਇੱਕ ਸਾਡੇ ਪਾਸੇ ਆਉਂਦੀ ਆ। ਪੰਜਾਬ ਦੇ ਵਿੱਚ ਵੀ ਝੰਡੂ ਸਾਹਿਬ ਉਦੋਂ ਬੁੱਧ ਧਰਮ ਦੀ ਗੱਲ ਹੋਈ, ਲੇਕਿਨ ਪੰਜਾਬ ਦੇ ਵਿੱਚ ਅਕਸਰ ਅਸੀਂ ਦੇਖਦੇ ਆ ਕਿ ਬੁੱਧ ਧਰਮ ਦੇ ਨਾਲ ਨਾਲ ਜਦੋਂ ਗੱਲ ਚੱਲਦੀ ਆ ਆਹ ਧਰਮ ਆਉਂਦੀ ਆ, ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਫਿਰ ਇੱਕ ਵਾਰ ਆਹ ਧਰਮ ਮੰਗੂ ਰਾਮ ਜਸਵਾਲ ਤੇ ਮੰਗੂ ਰਾਮ ਗੋਵਾਲੀਆ ਦੇ ਜਿਹੜੇ ਨਾਮ ਸਿੱਖ ਸੀਗੇ, ਉਹਨਾਂ ਨੇ ਫਿਰ ਸ਼ੁਰੂ ਕੀਤੀ। ਲੇਕਿਨ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੋਂ ਪਹਿਲਾਂ ਬੁੱਧ ਧਰਮ ਦੀ ਲਹਿਰ ਜਿਹੜੀ ਸੀਗੀ, ਜਿਸ ਤਰ੍ਹਾਂ ਸ਼ੁਰੂ ਹੋਈ ਸੀ ਫੈਲਣੀ, ਓਦਾਂ ਨਹੀਂ ਹੋਈ, ਨਾ ਹੀ ਆਹ ਧਰਮ ਦੀ ਹੋਈ। ਬਾਬੂ ਕੰਚ ਸਾਹਿਬ ਨੇ ਆ ਕੇ ਫਿਰ ਸ਼ੁਰੂ ਕੀਤਾ ਤੇ ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਉਦੈ ਹੋਇਆ, ਉਹਦੀ ਨੀਂਹ ਰੱਖੀ ਗਈ ਤੇ ਲੋਕਾਂ ਦੇ ਵਿੱਚ ਵਿਚਾਰ ਆਇਆ। ਲੇਕਿਨ ਉਹ ਵਿਚਾਰ ਸੀਗਾ ਕਿ ਅਸੀਂ ਅਲੱਗ ਵਾ, ਅਸੀਂ ਬਹੁਜਨ ਸਮਾਜ ਪਾਰਟੀ ਪੋਲੀਟੀਕਲੀ ਉਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਕਹਿੰਦੇ ਸੀਗੇ ਕਿ ਜਿਹੜੀ ਰਾਜਨੀਤਿਕ ਸ਼ਕਤੀ ਆ ਇੱਕ ਚਾਬੀ ਆ, ਦਿਸ ਇਜ਼ ਕੀ। ਇਹ ਜਿਹੜਾ ਰਾਜਨੀਤੀ ਦਾ ਵੱਡਾ ਜਿੰਦਾ ਲੱਗਾ ਹੋਇਆ, ਜਿੱਥੇ ਸਾਨੂੰ ਬਾਹਰ ਰੱਖਿਆ ਹੋਇਆ, ਇਸ ਚੀਜ਼ ਨਾਲ ਪਾਵਰ ਜਿਹੜੀ ਕੀ ਆ, ਅਸੀਂ ਉਹ ਜਿੰਦਾ ਖੋਲ ਕੇ ਅੰਦਰ ਜਾਣਾ ਹੈ। ਤਾਂ ਉਹਨਾਂ ਨੇ ਬਹੁਤ ਧਰਮ ਦੀ ਗੱਲ ਨਾ ਕਰਕੇ ਰਾਜਨੀਤੀ ਦੀ ਗੱਲ ਕੀਤੀ, ਕਾਫੀ ਹੱਦ ਤੱਕ ਸਕਸੈਸਫੁਲ ਰਹੇ। ਪ੍ਰੋਫੈਸਰ, ਇੱਥੇ ਮੇਰਾ ਸਵਾਲ ਹੈ ਕਿ ਜਿਸ ਤਰ੍ਹਾਂ ਇਹ ਸਾਰੇ ਤੁਸੀਂ ਗੱਲ ਕੀਤੀ ਹੈ, ਔਰ ਜਿਸ ਤਰ੍ਹਾਂ ਬਹੁਜਨ ਸਮਾਜ ਇਸ ਵੇਲੇ ਬੁੱਧ ਧਰਮ ਵੱਲ ਤੇਜ਼ੀ ਨਾਲ ਵੱਧ ਰਿਹਾ, ਇਸ ਕਿਸਮ ਦੇ ਨਾਅਰੇ ਲੱਗ ਰਿਹਾ ਕਿ ਬੁੱਧ ਵੱਲ ਚੱਲੋ, ਤਾਂ ਉਸੇ ਦੇ ਦੌਰਾਨ ਹੀ ਅਸੀਂ ਦੇਖਦੇ ਹਾਂ ਕਿ RSS ਦੇ ਮੁਖੀ ਜਿਹੜੇ ਆ, ਉਹ ਔਰਤਾਂ ਨੂੰ ਵੀ ਬਰਾਬਰਤਾ ਦੀ ਦੇਣ ਦੀ ਗੱਲ ਕਰਦੇ ਆ, ਉਹ ਔਰਤਾਂ ਦੀ 50% ਦੀ ਆਬਾਦੀ ਦੀ ਵੀ ਗੱਲ ਕਰਦੇ ਆ। ਔਰ ਇਸ ਵਾਰ ਦੁਸਹਿਰੇ ਤੇ ਜਿਹੜਾ ਨਾਗਪੁਰ ਦੇ ਵਿੱਚ ਉਹਨਾਂ ਦੇ ਰੈਲੀ ਹੁੰਦੀ ਹੈ, ਉਸ ਦੇ ਉੱਤੇ ਵੀ ਉਹਨਾਂ ਨੇ ਇੱਕ ਔਰਤ ਨੂੰ, ਸੰਤੋਸ਼ ਯਾਦਵ, ਜਿਹਨੇ 2 ਵਾਰ ਹਿਮਾਲਿਆ ਦੀ ਚੋਟੀ ਸਰ ਕੀਤੀ ਹੈ, ਉਸ ਨੂੰ ਉੱਥੇ ਮੁੱਖ ਮਹਿਮਾਨ ਬਣਾਇਆ। ਔਰ ਨਾਲ ਹੀ ਅਸੀਂ ਦੇਖਦੇ ਹਾਂ ਕਿ ਜਿਹੜਾ ਮੈਂ ਪਹਿਲਾਂ ਸ਼ੁਰੂ 'ਚ ਜ਼ਿਕਰ ਕੀਤਾ ਸੀ ਕਿ ਇੱਕ ਕਿਤਾਬ ਰਿਲੀਜ਼ ਦੇ ਸਮਾਰੋਹ ਵਿੱਚ ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਵੀ ਕਹੀ ਕਿ ਹੁਣ ਜਾਤੀ ਪ੍ਰਥਾ ਤੇ ਵਰਨ ਵੰਡ ਜਿਹੜੀ ਹੈ ਇਹਨੂੰ ਖਤਮ ਕਰਨ ਦਾ ਵੇਲਾ ਆ ਗਿਆ। ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਮਾਹੌਲ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਸੁਰ ਜਿਹੜਾ ਉਹਨਾਂ ਦਾ ਵੀ ਬਦਲਣਾ, ਇਹ ਕੀ ਸੰਕੇਤ ਦਿੰਦਾ? ਦੇਖੋ, ਇੱਕ ਤੇ ਸਾਨੂੰ ਇਹ ਪਹਿਲਾਂ ਤਾਂ ਵੈਲਕਮ ਹੈਗਾ ਇਸ ਤਰ੍ਹਾਂ ਦਾ ਵਿਚਾਰ ਆਉਣਾ ਮੋਹਨ ਭਾਗਵਤ ਜੀ ਹੁਣਾਂ ਤੋਂ, ਇਹ ਵੈਲਕਮ ਬਹੁਤ ਹੈਗਾ, ਕਿਉਂਕਿ ਸਾਡੇ ਭਾਰਤ ਵਿੱਚ ਜੇ ਦੇਖਿਆ ਜਾਵੇ ਤਾਂ ਜਾਤ ਦੀ ਜਿਹੜੀ ਉਤਪਤੀ ਆ ਉਹ ਵਿਦਵਾਨਾਂ ਨੇ ਕਿਹਾ ਕਿ 2 BC ਬਿਫੋਰ ਕ੍ਰਾਈਸਟ ਤੇ 2 AD ਜਿਹੜਾ ਆਫਟਰ, ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਕਿ ਸਿਰਕਾ, ਕ੍ਰਿਸਚੀਅਨ ਸਿਰਕਾ ਹੈਗਾ, ਉਹ ਜਿਹੜਾ ਅੱਜ ਤੋਂ ਕੋਈ 2500-2600 ਸਾਲ ਪਹਿਲਾਂ ਇਹਨੂੰ ਬਹੁਤ ਅੱਛੀ ਤਰੀਕੇ ਨਾਲ ਇਹਨਾਂ ਨੇ ਕਰਕੇ ਕੋਡੀਫਾਈ ਕਰਕੇ ਮਨੁਸਮ੍ਰਿਤੀ ਵਿੱਚ ਗੱਲ ਹੋਈ ਹੈ। ਜਿਹਨੂੰ ਬਾਬਾ ਸਾਹਿਬ ਨੇ ਨਕਾਰਿਆ,
ਉਹਨਾਂ ਨੇ 1927 ਦੇ ਵਿੱਚ ਮਹਾਦ ਚੌਧਰ ਦਾ ਜਿਹੜਾ ਆਪਣੇ ਤਲਾਬ ਸੀਗਾ ਉਹਦੇ 'ਚ ਉੱਥੇ ਬਹੁਤ ਵੱਡਾ ਸੰਗਠਨ ਕੀਤਾ। ਉੱਥੇ ਉਹਨਾਂ ਨੇ ਮਨੂ ਸਮ੍ਰਿਤੀ ਦਾ ਦਹਨ ਕੀਤਾ। ਉਹ ਕਿਹਾ ਵੀ ਇਹ ਸਾਡੇ ਧਰਮ ਸਾਨੂੰ ਲੋਕਾਂ ਨੂੰ ਪਿੱਛੇ ਰੱਖਦੀ ਆ, ਔਰਤਾਂ ਨੂੰ ਪਿੱਛੇ ਰੱਖਦੀ ਆ। ਹੁਣ ਮੋਹਨ ਭਾਗਵਤ ਦਾ ਇਹ ਕਹਿਣਾ ਕਿ ਜਿਹੜਾ ਇਹ ਵਰਨ ਆ ਜਾਂ ਜਾਤ ਆ, ਔਰਤ ਦੀ ਨਾ ਬਰਾਬਰੀ ਆ, ਇਹਨੂੰ ਅਸੀਂ ਸਮਾਜ ਤੋਂ ਬਾਹਰ ਕੱਢਾਂਗੇ, ਇਹ ਬਹੁਤ ਵੈਲਕਮ ਸਟੈਪ ਹੈ। ਕਿਉਂਕਿ ਇਹ ਦੇਰ ਆਏ ਦਰੁਸਤ ਆਏ, ਇਹ ਸਮਝ ਰਹੇ ਆ ਕਿ ਜਾਤ ਪਾਤ, ਲੇਕਿਨ ਇਹ ਤਦੇ ਦੂਰ ਹੋਣਾ ਜਦੋਂ ਅਸੀਂ ਧਰਮ ਤੋਂ ਵੀ ਬਾਰੇ ਵੀ ਸਾਡੀ ਇੱਕ ਜਿਹੜੀ ਸੋਚ ਦਾ ਵਿਚਾਰ ਹੈ ਉਹ ਨਿਰਪੱਖ ਹੋ ਜਾਵੇ। ਕਿਉਂਕਿ ਜਾਤ ਨੂੰ ਸਮਝਣ ਲਈ ਭਾਰਤ ਦੇ ਵਿੱਚ ਜਦ ਤੱਕ ਅਸੀਂ ਧਰਮ ਸ਼ਾਸਤਰ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਇੱਕ ਧਰਮ ਨਾਲ ਜੋੜ ਕੇ ਦੇਖਦੇ ਹਾਂ, ਉਹਨਾਂ ਦੀ ਜਿਹੜੀ ਸੋਚ ਹੈ, ਉਹਨਾਂ ਦੇ ਵਿੱਚ ਜਿਹੜੀ ਸਾਨੂੰ ਟੀਚਿੰਗਸ ਹੈ, ਜਦ ਤੱਕ ਅਸੀਂ ਉਦੋਂ ਤੋਂ ਸਫਾਈ ਨਹੀਂ ਹੁੰਦੀ, ਅਸੀਂ ਉਦੋਂ ਤੋਂ ਬਾਹਰ ਨਿਕਲਦੇ ਨਹੀਂ, ਤਦ ਤੱਕ ਜਾਤ ਰਹੇਗੀ। ਕਿ ਬਹੁਤ ਡੂੰਘੀ ਹੈ, ਇਹ ਸਦੀਆਂ ਲੱਗ ਗਈਆਂ ਜਿਵੇਂ ਮੈਂ ਕਿਹਾ, ਕਿਉਂਕਿ ਇਹਦਾ ਜਿਹੜਾ ਉਪਜ ਹੈ ਉਸ ਤੋਂ ਬਾਅਦ ਜਿਹੜਾ ਇਹਦਾ ਫੈਲਾਅ ਹੈਗਾ ਉਹ ਬਹੁਤ ਸਦੀਆਂ 'ਚ ਰਿਹਾ, ਲੋਕਾਂ ਦੇ ਮਨਾਂ 'ਚ ਵੜ ਚੁੱਕੀ ਆ। ਭਾਵੇਂ ਉਹ ਓਪਰ ਲੈਵਲ ਤੇ ਫਿਜ਼ੀਕਲ ਲੈਵਲ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕਰਦੇ, ਲੇਕਿਨ ਕਿਤੇ ਕਿਤੇ ਸਟਲ ਤੌਰ ਦੇ ਉੱਤੇ, ਸੂਖਸ਼ਮ ਤੌਰ ਦੇ ਉੱਤੇ ਉਹ ਵਿਤਕਰਾ ਰਹਿੰਦਾ ਹੈ। ਕਿਉਂਕਿ ਉਹ ਜਿਹੜਾ ਵਿਤਕਰਾ ਉਹ ਇੱਦਾਂ ਦਾ ਵਿਤਕਰਾ ਗੂੜਾ ਹੋ ਚੁੱਕਾ, ਜਦੋਂ ਉਸ ਜਾਤ ਨੂੰ ਅਪਣਾਏ ਹੋਏ ਲੋਕ ਕਿਸੇ ਦੂਜੇ ਧਰਮ 'ਚ ਜਾਂਦੇ ਆ ਤਾਂ ਉੱਥੇ ਜਾ ਕੇ ਵੀ ਉਹ ਜਾਤ ਉਹਨਾਂ ਦਾ ਪਿੱਛਾ ਨਹੀਂ ਛੱਡਦੀ। ਇਸ ਕਰਕੇ ਉਹਨੂੰ ਲੱਗਦਾ ਕਿ ਮੈਂ ਇੱਕ ਧਰਮ ਦੂਜੇ ਧਰਮ ਚਲ ਗਿਆ, ਪਰ ਮੇਰੇ ਨਾਲ ਮੇਰੀ ਜਾਤ ਬਰਾਬਰ ਤੁਰੀ ਆਉਂਦੀ ਹੈ। ਹੋਰ ਤਾਂ ਹੋਰ, ਜਦੋਂ ਹਜ਼ਾਰਾਂ ਕਿਲੋਮੀਟਰ ਦੂਰ ਨਾਰਥ ਅਮਰੀਕਾ ਦੇ ਵਿੱਚ ਪਹੁੰਚ ਜਾਂਦੇ ਨੇ, ਅਮਰੀਕਾ ਤੇ ਕੈਨੇਡਾ ਵਿੱਚ, ਹੋਰ ਕੰਟਰੀ 'ਚ ਪਹੁੰਚ ਜਾਂਦੇ ਨੇ, ਪੂਰੇ ਯੂਰਪ 'ਚ ਪਹੁੰਚ ਜਾਂਦੇ ਨੇ, ਜਾਤ ਉੱਥੇ ਵੀ ਪਿੱਛਾ ਨਹੀਂ ਛੱਡਦੀ। ਉੱਥੇ ਸਟੱਡੀਆਂ ਕਹਿੰਦੀਆਂ ਨੇ ਜਿਵੇਂ ਕਿ ਉੱਥੇ ਜਾਤ ਹੋਰ ਜ਼ਿਆਦਾ ਗੂੜੇ ਤਰੀਕੇ ਨਾਲ ਉਹਨਾਂ ਨੂੰ ਸਾਹਮਣੇ ਦਰਪੇਸ਼ ਹੁੰਦੀ ਹੈ। ਅਸੀਂ ਦੇਖਿਆ ਕਿ ਇਕੱਲੇ ਜਿਹੜੇ ਡੇਰੇ ਆ ਉਹ ਪੰਜਾਬ ਦੇ ਵਿੱਚ ਹੀ ਨਹੀਂ, ਬਾਹਰਲੇ ਮੁਲਕਾਂ ਦੇ ਵਿੱਚ ਵੀ ਰਵਿਦਾਸੀਆ ਟੈਂਪਲ ਨੇ, ਰਵਿਦਾਸੀਆ ਗੁਰਦੁਆਰੇ ਨੇ, ਵਾਲਮੀਕੀ ਗੁਰਦੁਆਰੇ ਨੇ, ਦੂਸਰੇ ਗੁਰਦੁਆਰੇ ਨੇ ਬਣੇ ਹੋਏ ਨੇ। ਇਹ ਕੀ ਦਰਸਾ ਰਹੇ ਨੇ ਕਿ ਜਾਤ ਸਾਡਾ ਖਹਿੜਾ ਨਹੀਂ ਛੱਡਦੀ। ਹੁਣ ਸਾਨੂੰ ਜਿਹੜੇ ਵਿਦਵਾਨ ਨੇ, ਬਹੁਤ ਸਾਰੇ ਵੱਖ-ਵੱਖ ਜਾਤਾਂ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਨੇ, ਉਹ ਇਹਦਾ ਵਿਰੋਧ ਵੀ ਕਰਦੇ ਨੇ। ਉਹ ਕਹਿੰਦੇ ਬਸ ਕਰੋ। ਹੁਣ ਇੱਕ ਨਵੀਂ ਵਿਚਾਰ ਉੱਠੀ ਹੈ, ਜਿਹੜੀ ਨਵੀਂ ਜਨਰੇਸ਼ਨ ਆਈ ਆ, ਹੁਣ ਬਹੁਤ ਸਾਰੇ ਇੰਟਰਕਾਸਟ ਵਿਆਹ ਹੋਣ ਲੱਗ ਪਏ ਨੇ ਜਾਤੀ ਦੇ ਵਿੱਚ। ਹੁਣ ਹੌਲੀ ਹੌਲੀ ਉਹ ਐਕਸੈਪਟ ਹੋਣ ਲੱਗ ਪਿਆ। ਇਹ ਵਿਚਾਰ ਤਾਂ ਆ ਰਿਹਾ ਹੈ ਬੜੇ ਚਿਰ ਤੋਂ, ਕਿਉਂਕਿ ਸਾਨੂੰ ਆਪਣੇ ਸਦੀ ਦੇ ਹਾਣ ਦਾ ਹੋਣਾ ਪੈਣਾ ਹੈ। ਜੇ ਅਸੀਂ ਆਪਣੀ ਸਦੀ ਦੇ ਹਾਣ ਦਾ ਨਹੀਂ ਹੁੰਦੇ ਤਾਂ ਅਸੀਂ ਕਿਸੇ ਪਾਸੇ ਨਹੀਂ ਜਾ ਸਕਦੇ। ਸਾਨੂੰ ਆਪਣੀ ਸਦੀ ਦੇ ਹਾਣ ਦਾ ਹੋਣ ਲਈ ਸਾਨੂੰ ਪੁਰਾਣੀਆਂ ਜਿਹੜੀਆਂ ਸਾਡੀਆਂ ਦੁਸ਼ਵਾਰੀਆਂ ਨੇ, ਅਲਾਮਤਾਂ ਨੇ, ਉਹਦੇ ਤੋਂ ਬਾਹਰ ਆਉਣਾ ਪਊਗਾ, ਜਿਨ੍ਹਾਂ ਬਾਰੇ ਸਾਨੂੰ ਸਾਡੇ ਭਗਤੀ ਸੰਤਾਂ ਨੇ ਕਿਹਾ, ਸਾਡੇ ਗੁਰੂ ਸਾਹਿਬਾਨ ਨੇ ਸਮਝਾਇਆ। ਜਦ ਤੱਕ ਅਸੀਂ ਉਹਦੇ ਤੋਂ ਬਾਹਰ ਨਹੀਂ ਆਵਾਂਗੇ, ਅਸੀਂ ਜਿੰਨੀ ਮਰਜ਼ੀ ਸਾਇੰਟੀਫਿਕ, ਜਿੰਨੀ ਮਰਜ਼ੀ ਇੰਜੀਨੀਅਰਿੰਗ, ਜਿੰਨੀ ਮਰਜ਼ੀ ਲੀਗਲ ਵਿੱਦਿਆ ਲੈ ਲਈਏ, ਸਾਡਾ ਜਿਹੜਾ ਮਾਈਂਡ ਸੈਟ ਹੈ ਉਸ ਤੋਂ ਬਾਹਰ ਨਹੀਂ ਹੋਏਗਾ। ਸਾਨੂੰ ਪਹਿਲਾਂ ਕਰਨਾ ਪਵੇਗਾ। ਇਸ ਲਈ ਅੱਜ ਜੇ ਲੋਕਾਂ 'ਚ ਚੇਤਨਾ ਆ ਰਹੀ ਹੈ ਧਰਮ ਪਰਿਵਰਤਨ ਦੀ, ਉਹ ਵੀ ਇੱਕ ਪੋਜ਼ਿਟਿਵ ਸਟੈਪ ਹੈ। ਜੇ ਉਹਦੇ 'ਚ ਆ ਰਹੀ ਆ, ਲੋਕਾਂ ਦੇ ਮਨ ਵਿੱਚ ਇਹ ਗੱਲ ਆਈ ਆ, ਤੇ ਭਗਵਤ ਦਾ ਕਹਿਣਾ ਅਸੀਂ ਜਦ ਤੋਂ ਬਾਹਰ। ਪਰ ਸਾਹਿਬ ਇਹ ਵੀ ਤਾਂ ਹੈ ਨਾ ਕਿ ਧਰਮ ਪਰਿਵਰਤਨ ਨੂੰ ਰੋਕਣ ਦੇ ਯਤਨ ਵੀ ਹੋ ਰਹੇ। ਨਹੀਂ, ਜਿਹੜਾ ਧਰਮ ਪਰਿਵਰਤਨ ਨੂੰ ਰੋਕਣ ਦਾ ਯਤਨ ਹੈ, ਉਹਦੇ 'ਚ ਅਸੀਂ ਦੇਖ ਰਹੇ ਹਾਂ, ਉਹਦੇ 'ਚ ਖਾਸ ਤੌਰ ਦੇ ਉੱਤੇ ਜਿੱਦਾਂ ਕਿ ਪੰਜਾਬ ਦੇ ਵਿੱਚ ਇਹ ਧਰਮ ਲੋਕਾਂ ਨੇ ਲੱਗਾ ਵੀ ਬਹੁਤ ਸਾਰੇ ਲੋਕ ਕ੍ਰਿਸਚਨ ਹੋ ਰਹੇ ਨੇ, ਉਹ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਰਹੇ ਨੇ। ਖਬਰਾਂ 'ਚ ਆਇਆ, ਪਤਾ ਨਹੀਂ ਉਹ ਉੱਥੇ 'ਚ ਕਿੰਨਾ ਸੱਚ ਵਾ, ਕਿੰਨੀ ਕੁ ਰਿਐਲਿਟੀ ਹੈ, ਕਿਵੇਂ ਏਦਾਂ ਹੋ ਰਿਹਾ, ਕਿਉਂ ਹੋ ਰਿਹਾ, ਲੋਕੀ ਕਿਉਂ ਜਾ ਰਹੇ ਨੇ। ਇਹ ਜਿਹੜਾ ਵਿਚਾਰ ਹੋ ਰਿਹਾ, ਜਦੋਂ ਅਸੀਂ ਜਾਤੀ ਨੂੰ ਮਿਨੀਮਾਈਜ਼ ਕਰ ਦੇਵਾਂਗੇ ਤਾਂ ਧਰਮ ਪਰਿਵਰਤਨ ਆਪਣੇ ਆਪ ਖਤਮ ਹੋ ਜਾਊਗਾ। ਧਰਮ ਪਰਿਵਰਤਨ ਤਾਂ ਹੀ ਹੁੰਦਾ ਨਾ ਜਦੋਂ ਕਿਸੇ ਧਰਮ ਦੇ ਵਿੱਚ ਊਚ ਨੀਚ ਦੀ ਗੱਲ ਹੁੰਦੀ ਆ, ਤਾਂ ਬੰਦਾ ਉਸ ਧਰਮ ਤੋਂ ਹਟ ਕੇ ਦੂਜੇ ਧਰਮ 'ਚ ਜਾਣਾ ਚਾਹੁੰਦਾ ਜਿੱਥੇ ਉਹ ਕਲੇਮ ਕਰਦੇ ਆ ਕਿ ਸਾਡੀ ਊਚ ਨੀਚ ਨਹੀਂ ਹੈਗੀ। ਜੇ ਤੁਸੀਂ ਜਾਤੀ ਪ੍ਰਥਾ ਨੂੰ ਖਤਮ ਹੀ ਕਰ ਦੋਗੇ, ਫਿਰ ਭਾਰਤ ਵਿੱਚ ਧਰਮ ਪਰਿਵਰਤਨ ਦੀ ਗੱਲ ਹੀ ਨਹੀਂ ਹੋਣੀ। ਫਿਰ ਤੁਹਾਨੂੰ ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ ਹੈ, ਔਰ ਮੇਰਾ ਆਖਰੀ ਸਵਾਲ ਹੈ ਕਿ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਜਿਹੜਾ ਮਾਹੌਲ ਜਿਹੜਾ ਇਸ ਵੇਲੇ ਬਣਿਆ, ਇਸ ਤੋਂ ਪਹਿਲਾਂ ਪਿਛਲੇ 8 ਸਾਲ ਜਿਹੜੇ ਲੰਘੇ ਆ, ਉਹਦੇ ਵਿੱਚ ਜਿਹੜੀ ਹਾਕਮ ਧਿਰ ਹੈ, ਉਹਨਾਂ ਨੇ ਖਾਸ ਕਰਕੇ ਜਿਹੜੀਆਂ ਘੱਟ ਗਿਣਤੀਆਂ ਔਰ ਮੁਸਲਮਾਨ ਹੈ, ਉਹਨਾਂ ਦੇ ਖਿਲਾਫ ਜਿਹੜੀ ਨਫ਼ਰਤ ਪੈਦਾ ਕਰਨ ਦਾ, ਡਰ ਪੈਦਾ ਕਰਨ ਦਾ ਯਤਨ ਦੇ ਵੀ ਉਪਰਾਲੇ ਹੋਏ, ਔਰ ਖਾਸ ਕਰਕੇ ਹਿੰਦੂਤਵ ਦਾ ਜਿਹੜਾ ਵਿਚਾਰ ਸੀਗਾ ਉਸ ਨੂੰ ਬੜਾ ਪੁਸ਼ ਕੀਤਾ ਗਿਆ, ਬੜਾ ਉਭਾਰ ਕੇ ਅੱਗੇ ਲਿਆਉਣ ਦਾ ਯਤਨ ਕੀਤਾ ਗਿਆ, ਉਸ ਪਾਸੇ ਲੋਕਾਂ ਨੂੰ ਤੋਰਨ ਦਾ ਯਤਨ ਹੋਇਆ। ਤੇ ਕਿਤੇ ਇਹ ਤਾਂ ਨਹੀਂ ਕਿ ਉਸ ਦੇ ਪ੍ਰਤੀਕਰਮ ਵਿੱਚੋਂ ਹੀ ਇਹ ਸਾਰਾ ਕੁਝ ਹੋ ਰਿਹਾ। ਦੇਖੋ, ਉਹਦੇ 'ਚ ਬਹੁਤ ਸਾਰੇ, ਜੇ ਤੁਸੀਂ ਅਲੱਗ-ਅਲੱਗ ਜਿਹੜੇ ਸਾਡੇ ਕੋਲ ਮੈਗਜ਼ੀਨ ਨੇ, ਜਰਨਲ ਨੇ, ਲੋਕਾਂ ਦੀਆਂ
ਵਿਚਾਰ ਵਟਾਂਦਰਾ ਨੇ। ਤੁਸੀਂ 2 ਮਿੰਟ ਵਾਸਤੇ ਇੱਕ ਜਿਹੜੀ ਇਹ ਧਿਰਵਾ RS ਹੈ ਜਾਂ ਕੋਈ ਦੂਜੀ ਮੁਸਲਿਮ ਧਿਰ ਉਹਨੂੰ ਪਰੇ ਕਰ ਦਿਓ, ਜਾਂ ਤੁਸੀਂ ਆਪਣੇ ਹੋਰ ਧਰਮ ਨੂੰ ਪਰੇ ਕਰ ਦਿਓ। ਤੁਸੀਂ ਵਿਚਾਰ ਦੇਖੋ, ਸਾਡੇ ਕੋਲ ਇਹ ਵਿਚਾਰ ਹੈ ਕਿ ਜਿਹੜੀ ਸਹਿਣਸ਼ੀਲਤਾ ਹੈ ਜਾਂ ਬਰਾਬਰਤਾ ਦੀ ਗੱਲ ਹੈ, ਉਹਦੇ ਬਾਰੇ ਇੱਕ ਮੰਨਿਆ ਜਾਂਦਾ ਕਿ ਪਿਛਲੇ ਹੁਣ ਨਵਾਂ ਡਿਸਕੋਰਸ ਜਿਹੜਾ ਲੋਕਾਂ ਸਾਹਮਣੇ ਆਇਆ ਉਹ ਇਹ ਆਇਆ ਕਿ ਪਿਛਲੇ 75 ਸਾਲਾਂ ਦੇ ਦੌਰਾਨ ਜਿਹੜੀ ਕਾਂਗਰਸ ਪਾਰਟੀ ਰਹੀ ਆ, ਉਹਨਾਂ ਦੇ ਉੱਤੇ ਇਹ ਊਚ ਲੱਗਦੀ ਆ, ਇਹ ਦੋਸ਼ ਲੱਗਦਾ ਹੈ, ਉਹਨਾਂ ਤੇ ਐਲੀਗੇਸ਼ਨ ਹੈ ਕਿ ਇਹਨਾਂ ਨੇ ਭਾਰਤ ਵਿੱਚ ਅਪੀਸਮੈਂਟ ਦੀ ਪਾਲਿਸੀ ਬਣਾਈ ਆ। ਇਹਨਾਂ ਨੇ ਸਿਰਫ ਭਾਰਤ ਵਿੱਚ ਵੋਟਾਂ ਲੈਣ ਦੀ ਖਾਤਰ ਇਹ ਅਪੀਸਮੈਂਟ ਕੀਤੀ ਆ ਕਿ ਤੁਸੀਂ ਆਹ ਕਰ ਸਕਦੇ ਹੋ, ਉਹਨਾਂ ਨੂੰ ਆਹ ਅਧਿਕਾਰ ਹੈ, ਉਹ ਇਸ ਤਰ੍ਹਾਂ ਕਰ ਸਕਦੇ ਨੇ। ਤੁਸੀਂ ਸਿਮਿਲਰ ਅਧਿਕਾਰ ਜਿਹੜੇ ਆ ਉਹ ਆਪਣੇ ਲੋਕਾਂ ਨੂੰ ਵੀ ਪ੍ਰਦਾਨ ਕਰਦੇ, ਉਹਨਾਂ ਨੂੰ ਵੀ ਦੱਸਦੇ। ਤੁਸੀਂ ਮਤਲਬ ਅਪੀਸਮੈਂਟ ਕੀਤੀ ਆ। ਅਪੀਸਮੈਂਟ ਦੇ ਨਾਲ ਕੀ ਆ ਕਿ ਤੁਸੀਂ ਅਨਨੈਸੈਸਰੀਲੀ ਇੱਕ ਪੋਲਿਟਿਕਸ ਜਿਹੜਾ ਹੈਗਾ ਉਹ ਵੋਟ ਬੈਂਕ ਦਾ ਕਰਦੇ ਨੇ। ਜਦੋਂ ਉਹ ਹੁਣ ਇਹ ਕਰਦੇ ਨੇ ਕਿ ਨਹੀਂ ਵੀ ਇਹ ਅਧਿਕਾਰ ਨਹੀਂ, ਸਿਮਿਲਰ ਅਧਿਕਾਰ ਜਿਹੜੇ ਹਿੰਦੂ ਲੋਕ ਨੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ, ਜਦੋਂ ਉਹ ਗੱਲ ਹੁੰਦੀ ਆ ਤੇ ਫਿਰ ਉਹ RSS ਦੇ ਮਗਰ ਪੈਂਦੇ ਨੇ ਕਿ ਤੁਸੀਂ ਇਹ ਕਿਉਂ ਕਰਦੇ ਨੇ, ਤੁਸੀਂ ਇਸ ਤਰ੍ਹਾਂ ਕਿਵੇਂ ਸਿਸਟਮ ਬਣਾਉਂਦੇ ਨੇ। ਜੇ ਉਹ ਕਹਿੰਦੇ ਦੇਖੋ ਜੀ ਪੂਰੇ ਸਾਊਥ ਇੰਡੀਆ ਵਿੱਚ ਜਿਹੜੀਆਂ ਮਸਜਿਦ ਨੇ ਉਹ ਸਾਰੀਆਂ ਬੜੀਆਂ ਵੱਡੀਆਂ ਮਸਜਿਦ ਬਣ ਗਈਆਂ ਕਿਉਂਕਿ ਉਹਨਾਂ ਨੂੰ ਮਿਡਲ ਈਸਟ ਤੋਂ ਪੈਸਾ ਆਉਂਦਾ ਹੈ, ਉਹਨਾਂ ਨੂੰ ਸਾਊਦੀ ਅਰਬ ਤੋਂ ਪੈਸਾ ਆਉਂਦਾ ਹੈ, ਉਹਨਾਂ 'ਚ ਆਹ ਸਿਸਟਮ ਹੁੰਦਾ। ਤੁਸੀਂ ਉਹਨਾਂ ਦੇ ਵਾਸਤੇ ਹੱਜ ਵਾਸਤੇ ਪ੍ਰਬੰਧ ਕਰਦੇ ਹੋ, ਤੁਸੀਂ ਉਹਨਾਂ ਦਾ ਇਹ ਪ੍ਰਬੰਧ ਕਰਦੇ ਹੋ, ਇਹ ਕਿਉਂ ਕਰਦੇ ਹੋ? ਤੁਸੀਂ ਥੋੜੀ ਵੋਟਾਂ ਲੈਣੀਆਂ ਹੈਗੀਆਂ। ਜਦੋਂ ਇਸ ਤਰ੍ਹਾਂ ਦਾ ਵਿਚਾਰ ਹੁੰਦਾ ਹੈ ਤਾਂ ਸਾਨੂੰ ਸੋਚਣਾ ਪਵੇਗਾ ਕਿ ਕਿਹੜੀਆਂ ਪਾਰਟੀਆਂ ਇਹ ਕੰਮ ਕਰਦੀਆਂ ਨੇ। ਸਾਨੂੰ ਹੁਣ ਜਿਹੜੇ ਧਰਮ ਦੇ ਬੜੇ ਉਹਨਾਂ ਦੇ ਠੇਕੇਦਾਰ ਨੇ ਉਹਨਾਂ ਨੂੰ ਕਹਿਣਾ ਪਊਗਾ ਕਿ ਤੁਸੀਂ ਵੀ ਬਈ ਇਸ ਦੇ ਵਾਸਤੇ ਜਿਹੜੀ ਸਾਡੀ ਅਸਲੀ ਭਾਰਤ ਦੀ ਸੈਕੂਲਰ ਨੀਤੀ ਆ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਜੋ ਆਪਣੀ ਧਰਮ ਦੀ ਗੱਲ ਵਾ ਉਹ ਜਿਹੜੀ ਕਟਾਸ਼ ਵਾਲੀ ਵੀ ਆ ਉਹ ਵੀ ਚਲਾਈ ਜਾਓ। ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਆ ਕਿ ਹੌਲੀ ਹੌਲੀ ਕਿਵੇਂ ਅਸੀਂ ਉਹਨਾਂ ਸਾਰੀਆਂ ਬੁਰਾਈਆਂ ਤੋਂ ਦੂਰ ਜਾਣਾ ਜਿਹਦੇ ਨਾਲ ਸਾਡਾ ਦੇਸ਼ ਡਿਵਾਈਡ ਹੋਇਆ, ਜਿਹਦੇ ਨਾਲ ਅਸੀਂ ਇਹ ਸੋਚਦੇ ਹਾਂ ਇਹ ਕੱਚਾ ਰਸਤੇ ਲੈਣਾ, ਇਹ ਪੱਕਾ ਰਸਤੇ ਲੈਣਾ। ਅਸੀਂ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਮੁਸਲਿਮ ਭਾਈਚਾਰਾ ਰਹਿੰਦਾ ਸੀਗਾ ਪੁਰਾਣੇ ਸਮੇਂ 'ਚ, ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਉਹਨਾਂ ਨੂੰ ਤਿਉਹਾਰਾਂ ਉੱਤੇ ਕੱਚਾ ਰਸਤਾ ਦੇ ਦਈਏ, ਪੱਕਿਆ ਕਿਉਂ ਨਹੀਂ ਲੈਣਾ, ਕਿਉਂ ਕਿਤੇ ਡਿਫਰੈਂਸ ਸੀਗੇ। ਅਰੇ ਬਈ 21ਵੀਂ ਸਦੀ ਹੋ ਗਈ ਆ, 22ਵੀਂ ਸਦੀ 'ਚ ਅਸੀਂ ਆਉਣ ਵਾਲੇ ਆ, ਜਾਣ ਵਾਲੇ ਆ, ਤੇ ਅਸੀਂ ਇੰਨਾ ਕੁਛ ਅੱਗੇ ਵਧੇ ਆ ਕਿ ਅਸੀਂ ਸੋਚ ਨਹੀਂ ਸਕਦੇ ਕਿ ਕੁਝ ਚੀਜ਼ਾਂ ਜੇ ਸਾਨੂੰ ਇੱਕ ਦੂਜੇ ਤੋਂ ਅਲੱਗ ਰੱਖਦੀਆਂ ਨੇ, ਖਾਣ ਪੀਣ ਵਾਲੀਆਂ ਚੀਜ਼ਾਂ, ਉਹਨਾਂ 'ਤੇ ਅਸੀਂ ਬੈਠ ਕੇ ਫੈਸਲਾ ਕਰ ਲਈਏ। ਅਸੀਂ ਧਰਮ ਸੰਸਦ ਬਹੁਤ ਕਰਦੇ ਆ, ਅਸੀਂ ਬਹੁਤ ਧਰਮੀ ਸੰਸਦ ਕਿਉਂ ਨਹੀਂ ਕਰਦੇ? ਉਹਦੇ 'ਚ ਕਿਉਂ ਨਹੀਂ ਵਿਚਾਰ ਕਰਦੇ ਕਿ ਜਿਹਦੇ ਨਾਲ ਸਾਡੇ ਲੋਕਾਂ 'ਚ ਲੜਾਈ ਝਗੜਾ ਨਾ ਹੋਵੇ? ਅਸੀਂ ਕਿਵੇਂ ਆਪਣੇ ਏਰੀਆ ਵਿੱਚ ਅਸੀਂ ਕਿਉਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਅਸੀਂ ਹੋਈਏ ਉਹ ਗੀਟੂ ਹੋਵੇ, ਆਹ ਇਕੱਲਾ ਮੁਸਲਮਾਨਾਂ ਦੇ ਏਰੀਆ ਹੋਵੇ ਰਹਿਣ ਵਾਲਾ, ਆਹ ਇਕੱਲਾ ਦਲਿਤਾਂ ਦੇ ਏਰੀਆ ਹੋਵੇ ਰਹਿਣ ਵਾਲਾ? ਕਿਉਂ ਨਹੀਂ ਅਸੀਂ ਹੁਣ ਤੱਕ ਆਪਣੀਆਂ ਪਿੰਡਾਂ ਦੀਆਂ ਠੱਠੀਆਂ, ਵਿਹੜੇ, ਚਮਾਲੀਆਂ ਖਤਮ ਕਰ ਪਾਏ? ਕਿਉਂ ਨਹੀਂ ਅਸੀਂ ਸ਼ਹਿਰ ਦੇ ਵਿੱਚ ਮੁਹੱਲੇ ਖਤਮ ਕਰ ਪਾਏ ਜਿਹੜੇ ਕਮਿਊਨਿਟੀ ਬੇਸਡ ਹੋਏ ਨੇ? ਅਸੀਂ ਬੜੀ ਦਿਲਦਾਰੀ ਨਾਲ ਗੱਲ ਕਰਦੇ ਹਾਂ ਕਿ ਜੀ ਧਰਮ ਦੀ ਗੱਲ ਨਹੀਂ ਹੈਗੀ, ਉਸ ਤਰ੍ਹਾਂ ਨਹੀਂ ਹੈਗਾ। ਅਸੀਂ ਉੱਤੋਂ ਗੱਲ ਕਰਦੇ ਹਾਂ। ਸਾਨੂੰ ਕੋਸ਼ਿਸ਼ ਕਰਨੀ ਪਵੇਗੀ। ਮੰਨ ਲਓ ਕਿ ਹਿੰਦੂ, ਸਿੱਖ ਤੇ ਮੁਸਲਮਾਨ, ਬੋਧੀ ਤੇ ਈਸਾਈ, ਉਹਨਾਂ 'ਚ ਕਿਸੇ ਗੱਲੋਂ ਕੋਈ ਡਿਫਰੈਂਸਿਸ ਨੇ। ਇਹ ਕਿਉਂ ਨਹੀਂ ਪੋਸੀਬਲ ਹੋ ਸਕਦਾ ਕਿ ਹਿੰਦੂ, ਬੋਧੀ, ਈਸਾਈ, ਸਿੱਖ ਧਰਮ ਦੇ ਜਿਹੜੇ ਸਾਡੇ ਹੈਡ ਨੇ ਉਹ ਬੈਠ ਜਾਣ, ਉਹ ਬੈਠ ਕੇ ਸੋਚਣ ਕਿ ਦੇਖੋ ਵੀ ਸਾਡੇ ਸਭ ਦੇ ਜਿਹੜੇ ਬੰਦੇ ਨੇ, ਸਾਡੇ ਸਭ ਦੇ ਮਨੁੱਖ ਨੇ ਉਹ ਬਰਾਬਰ ਨੇ, ਸਾਨੂੰ ਕੁਝ ਤੰਗੀਆਂ ਆਉਂਦੀਆਂ, ਸਾਰੇ ਧਰਮ ਸਾਡੇ ਕੁਝ ਚੀਜ਼ ਸਿਖਾਉਂਦੇ ਨੇ, ਖੁਦਾ ਦੇ ਘਰ ਨੂੰ, ਈਸ਼ਵਰ ਦੇ ਘਰ ਨੂੰ, ਅੱਲਾ ਦੇ ਘਰ ਨੂੰ ਜਾਣ ਦਾ ਰਸਤਾ। ਅਸੀਂ ਕਿਉਂ ਉਲਝੀਏ? ਅਸੀਂ ਧਰਮਾਂ ਨੂੰ ਕਿਉਂ ਬਣਾਈਏ ਬਿਜ਼ਨਸ? ਇਹ ਜਿਹੜੀ ਸੋਚ ਵਾ ਜਦ ਤੱਕ ਝੰਡੂ ਸਾਹਿਬ ਸਮਾਜਿਕ ਲੈਵਲ ਤੇ ਥਿੰਕਿੰਗ ਨਹੀਂ ਹੁੰਦੀ ਅਸੀਂ ਅੱਗੇ ਨਹੀਂ ਜਾ ਸਕਦੇ। ਇਹਦੇ ਵਾਸਤੇ ਕਹਿਣ ਦਾ ਮਤਲਬ ਆਖਰੀ ਗੱਲ ਹੀ ਹੈ, ਤੁਹਾਡਾ ਕਹਿਣ ਦਾ ਮਤਲਬ ਇਹ ਕਿ ਪਹਿਲਾਂ ਸਮਾਜਿਕ ਤਬਦੀਲੀ ਹੋਵੇ ਤੇ ਜੇ ਫਿਰ ਰਾਜਸੀ ਤਬਦੀਲੀ ਹੋਵੇ ਤਾਂ ਉਹ ਠੀਕ ਦਿਸ਼ਾ 'ਚ ਕਦਮ ਹੋਏਗਾ। ਉਹ ਬਿਲਕੁਲ ਸਮਾਜਿਕ ਤਬਦੀਲੀ ਜਿਹੜੀ ਹੈ ਉਹ ਸਮਾਜਿਕ ਤਬਦੀਲੀ ਕਿਸੇ ਇੱਕ ਧਰਮ ਤੋਂ ਨਹੀਂ, ਸਾਰੀਆਂ ਜਿਹੜੇ ਧਰਮਾਂ ਦੇ ਲੋਕ ਨੇ ਉਹ ਮਿਲ ਕੇ ਬੈਠ ਕੇ ਜਦੋਂ ਗੱਲਾਂ ਬਾਤਾਂ ਕਰਨਗੇ ਤਦੇ ਹੋਏਗੀ। ਉਹ ਸਮਾਜਿਕ ਤਬਦੀਲੀ ਵਾਸਤੇ ਸਾਡੇ ਕੋਲ ਕੋਸ਼ਿਸ਼ ਨਹੀਂ ਹੋਈ। ਅਸੀਂ ਆਪਣੀ ਯੂਨੀਵਰਸਿਟੀਆਂ 'ਚ, ਆਪਣੇ ਕਾਲਜਸ ਵਿੱਚ, ਆਪਣੇ ਸਕੂਲਾਂ ਦੇ ਵਿੱਚ ਅਸੀਂ ਬਹੁਤਾ ਕੁਝ ਕੀਤਾ ਨਹੀਂ, ਉਹਦੇ ਬਾਰੇ ਤੁਰੇ ਨਹੀਂ। ਲੋੜ ਹੈਗੀ ਆ ਹੁਣ ਸਾਨੂੰ ਇਹ ਸਾਰਾ ਕੁਝ ਸਮਝਣ ਦੀ। ਲੋੜ ਹੈ ਸਾਨੂੰ ਆਪਣੀ ਕਲਚਰ, ਜਿਹੜੀ ਅਸੀਂ ਕਲਚਰ ਦੀ ਗੱਲ ਕਰਦੇ ਹਾਂ ਉਹ ਇੱਕ ਦੇਸ਼ ਦੀ ਧੁਰ ਹੁੰਦੀ ਆ, ਉਹਦਾ ਧੁਰਾ ਹੁੰਦਾ, ਉਹਦੇ ਦੁਆਲੇ ਤੁਸੀਂ ਵੱਖ-ਵੱਖ ਸੋਚਾਂ ਰੱਖ ਲਓਗੇ। ਉਹ ਜਨਮ ਦਾ ਸ਼ਬਦ ਆ ਕੁਲਤਰ, ਜਨਮ ਤੋਂ ਆਇਆ ਕੁਲਤਰ ਹੋ, ਤੁਸੀਂ ਇੱਕ ਵਿਚਾਰ ਰੱਖਣਾ ਹੈਗਾ। ਇਸ ਕਰਕੇ ਸਾਨੂੰ ਬੜੀ ਜ਼ਰੂਰਤ ਹੈ ਕਿ ਅਸੀਂ ਕਿਵੇਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਹਟੀਏ। ਨਹੀਂ ਤਾਂ ਇਹੋ ਕੁਝ ਹੋਈ ਜਾਊਗਾ ਜੀ, ਉਹਨੇ ਆਹ ਧਰਮ ਅਪਣਾ ਲਿਆ, ਉਹਨੇ ਆਹ ਧਰਮ ਅਪਣਾ ਲਿਆ, ਉਹਦੇ ਧਰਮ ਦੇ ਇੰਨੇ ਕਰੋੜ ਲੋਕ ਆ, ਉਹਦੀਆਂ ਇੰਨਾ ਵੋਟਾਂ ਹੈਗੀਆਂ। ਉਹਦੇ ਨਾਲ ਰਾਸ਼ਟਰ ਨੂੰ ਨੁਕਸਾਨ ਹੁੰਦਾ, ਉਹਦੇ ਨਾਲ ਸਾਡੀ ਜਿਹੜੀ ਦੇਸ਼ ਦੀ ਤਰੱਕੀ ਆ ਉਹ, ਕਿਉਂਕਿ ਅਬਦੁਲ ਕਲਾਮ ਸਾਹਿਬ ਨੇ
ਬੜਾ ਅੱਛੀ ਤਰ੍ਹਾਂ ਬੋਲਿਆ ਸੀ। ਅਬਦੁਲ ਕਲਾਮ ਸਾਹਿਬ ਨੇ ਬੜਾ ਅੱਛੀ ਤਰ੍ਹਾਂ ਬੋਲਿਆ ਸੀ, ਸਾਡੇ ਲੇਟ ਪ੍ਰੈਜ਼ੀਡੈਂਟ ਆਫ ਇੰਡੀਆ। ਉਹ ਕਹਿੰਦੇ ਜਦ ਤੱਕ ਭਾਰਤ ਵਿੱਚੋਂ ਜਾਤੀ, ਮਜ਼ਹਬੀ ਕਰੂਰਤਾ, ਵੱਖਵਾਦਤਾ ਖਤਮ ਨਹੀਂ ਹੁੰਦੀ, ਭਾਰਤ ਕਦੀ ਵੀ ਵਿਸ਼ਵ ਗੁਰੂ ਨਹੀਂ ਬਣ ਸਕਦਾ, ਵਰਲਡ ਪਾਵਰ ਨਹੀਂ ਬਣ ਸਕਦਾ। ਜੀ, ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ, ਤੇ ਜੇ ਤੁਹਾਡਾ ਇਸ ਪ੍ਰੋਗਰਾਮ ਬਾਰੇ ਕੋਈ ਰਾਏ ਹੋਵੇ, ਕੋਈ ਟਿੱਪਣੀ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਇਹ ਲਿਖ ਸਕਦੇ ਹੋ, ਦੇ ਸਕਦੇ ਹੋ। ਔਰ ਜੇ ਤੁਸੀਂ YouTube ਤੇ ਸਾਡੇ ਕਮੈਂਟ ਬਾਕਸ ਜਾ ਕੇ ਵੀ ਆਪਣੀ ਟਿੱਪਣੀ ਜਿਹੜੀ ਹੈ ਦੇ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ, ਤੁਸੀਂ ਬੜੇ ਵਧੀਆ ਸਵਾਲ ਰੇਜ਼ ਕੀਤੇ।